ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ। ਸੰਤ ਹਮਾਰਾ ਗਹਿਣਾ, ਭਾਗ ਠੜੇ ਹਰ ਸੰਤ ਤੁਮਾਰੇ। ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸਈ ਇਹ ਆਏ। ਸਫਲ ਤਿਨਾ ਕੇ ਕਾਮਾ, ਮੇਰੇ RAM ਹਰ ਜਨ ਕੈ ਹਉ ਬਲ ਜਾਈ। ਕੇਸਾ ਕਾ ਕਰ ਚਵਰ ਟੁਲਾਵਾ, ਚਰਨ ਧੂੜ ਮੁਖ ਲਾਈ। ਸਾਮਤ ਦੇਹੋ ਦਇਆਲ ਪ੍ਰਭ, ਜਿਤ ਤੁਮਹਿ ਅਰਾਧਾ। ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੋੜੰਦਾ ਲੋੜੀਐ, ਜਿਸ ਅੱਗੇ ਸਭ ਨਿਵਾਨਾ। ਹਰ ਸੱਜਣ ਦਾਮਨ ਲੱਗਿਆ, ਕਿਸੈ ਨਾ ਦੇਈ ਬੰਨ। ਹਰ ਜੇਠ ਜੋੜੰਦਾ ਲੋੜੀਐ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ,
ਸਰਬੱਤ ਸੰਗਤ ਰਸਨਾ ਕਰੋ ਪਵਿੱਤਰ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਦਰੋਂ ਘਰੋਂ ਵਰੋ ਸੋਏ ਹੋਏ ਮਹਾਂਪੁਰਸ਼ ਧੰਨ ਬਾਬਾ ਜਵਾਹਰ ਦਾਸ ਜੀ, ਜਿਹੜੇ ਮਹਾਤਮਾ ਸਤਿਪੁਰਖ ਮਹਾਂਪੁਰਸ਼, ਜਿਨ੍ਹਾਂ ਮਹਾਤਮਾ ਬਾਰੇ ਗੁਰਬਾਣੀ ਕਹਿੰਦੀ ਹੈ ਸਾਧ ਕੀ ਬਹਿਮਾ ਵੇਦ ਨਾ ਜਾਣੈ। ਇਹੋ ਜਿਹੇ ਮਹਾਂਪੁਰਸ਼ ਜੇ ਕਿਤੇ ਦੇਖਣੇ ਹੋਣ ਜਾਂ ਜਾਣਨਾ ਹੋਵੇ ਕਿ ਸੰਸਾਰ ਦੇ ਵਿੱਚ ਐਸਾ ਕੋਈ ਮਹਾਂਪੁਰਸ਼ ਪਰਮਾਤਮਾ ਦੇ ਵਰੋ ਸੋਏ ਹੋਏ ਸੰਤਾਂ ਸਾਧੂਆਂ ਦੇ ਵਿੱਚੋਂ ਕੋਈ ਹੋਇਆ ਹੈ, ਤਾਂ ਇਹਦੇ ਵਿੱਚ ਕੋਈ ਅੱਤ ਕਥਨ ਹੀ ਨਹੀਂ। ਇਹਦੇ ਵਿੱਚ ਸਾਰਾ ਇਲਾਕਾ ਹੀ ਹੁਸ਼ਿਆਰਪੁਰ ਦਾ, ਜਲੰਧਰ ਦਾ, ਦੇਸ਼ ਪ੍ਰਦੇਸ਼ ਵਿੱਚ ਬੈਠੀਆਂ ਸੰਗਤਾਂ ਜਾਣਦੀਆਂ ਨੇ ਕਿ ਵਾਕਿਆ ਹੀ ਐਸੇ ਮਹਾਤਮਾ ਸੀ, ਐਸੇ ਸੰਤ ਸੀ ਜਿਨ੍ਹਾਂ ਬਾਰੇ ਸੁਖਮਣੀ ਸਾਹਿਬ ਦੇ ਵਿੱਚ ਦਰਜ ਹੈ ਸਾਧ ਕੀ ਮਹਿਮਾ ਵੇਦ ਨਾ ਜਾਣੈ। ਐਸੇ ਮਹਾਂਪੁਰਸ਼ ਧੰਨ ਬਾਬਾ ਜਵਾਹਰ ਦਾਸ ਜੀ, ਜਗਤ ਗੁਰੂ ਆਪ ਨਾਰਾਇਣ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਤਿਨਾਂ ਦੇ ਵੱਡੇ ਸਾਹਿਬਜ਼ਾਦੇ ਸਿੱਧ ਪੁਰਖ ਪਰਮ ਪੂਜਨੀਕ ਧੰਨ ਬਾਬਾ ਸ੍ਰੀ ਚੰਦ ਸਾਹਿਬ ਮਹਾਰਾਜ ਦੀ ਚਲਾਈ ਹੋਈ ਉਦਾਸੀ ਸੰਪਰਦਾ, ਉਸ ਸੰਪਰਦਾਏ ਦੇ ਇਹ ਮਹਾਂਪੁਰਸ਼ ਸਨ ਧੰਨ ਬਾਬਾ ਜਵਾਹਰ ਦਾਸ ਜੀ। ਐਸੇ ਸਤਿਪੁਰਖ, ਐਸੇ ਮਹਾਂਪੁਰਖ ਗੁਰਬਾਣੀ ਦੇ ਮੁਤਾਬਕ ਸੰਸਾਰ ਨੂੰ ਨਿਰੰਕਾਰ ਦੇ ਨਾਲ ਜੋੜਨ ਵਾਸਤੇ ਆਉਂਦੇ ਨੇ। ਕਲਯੁੱਗ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਵੀ ਕੁਝ ਰੂਹਾਂ ਭੇਜਦਾ ਹੈ ਜਿਹੜੀਆਂ ਨਿਰੰਕਾਰ ਨਾਲੋਂ ਤੋੜਨ ਨੂੰ ਆਉਂਦੀਆਂ ਨੇ। ਨਿਰੰਕਾਰ ਦੀਆਂ ਜਿਹੜੀਆਂ ਸ਼ਕਤੀਆਂ ਨੇ, ਵਾਹਿਗੁਰੂ ਪਰਮੇਸ਼ਰ ਵੀ ਐਸੀਆਂ ਰੂਹਾਂ ਭੇਜਦਾ ਹੈ ਜਿਹੜੀਆਂ ਸੰਸਾਰ ਦੇ ਵਿੱਚ ਆਣ ਕੇ ਉਸ ਦੇ ਨਾਲ ਲੋਕਾਂ ਨੂੰ, ਸੰਸਾਰ ਨੂੰ ਜੋੜ ਕੇ ਤੇ ਸੰਸਾਰ ਦਾ ਬੇੜਾ ਪਾਰ ਕਰ ਦਿੰਦੀਆਂ ਨੇ। ਐਸੀਆਂ ਹਸਤੀਆਂ ਵਿੱਚੋਂ ਧੰਨ ਬਾਬਾ ਜਵਾਹਰ ਦਾਸ ਜੀ ਮਹਾਰਾਜ ਐਸੇ ਮਹਾਂਪੁਰਸ਼ ਹੋਏ ਨੇ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਵਾਲੀ, ਇੱਥੇ ਬਰਕਤ ਜਿਹੜੀ ਹੈ ਉਹ ਵਰਤਦੀ ਹੈ। ਸਮੁੱਚੀਆਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਇਸ ਪਵਿੱਤਰ ਸਥਾਨ ਦੀ ਸੇਵਾ ਨਗਰ ਸੂਸ ਪਿੰਡ ਦੀ ਸੰਗਤ ਵੱਲੋਂ, ਪੰਚਾਇਤ ਵੱਲੋਂ, ਕਮੇਟੀ ਵੱਲੋਂ ਇਹ ਸੇਵਾ ਦਮਦਮੀ ਟਕਸਾਲ ਜਿਹੜੀ ਪੰਥ ਦੀ ਸਿਰਮੌਰ ਜਥੇਬੰਦੀ ਹੈ, ਸ਼ਸਤਰ ਤੇ ਸ਼ਾਸਤਰ ਦਾ ਪ੍ਰਚਾਰ ਕਰਨ ਵਾਲੀ ਹੈ, ਉਸ ਸੰਪਰਦਾਇ ਨੂੰ ਸਮੁੱਚੇ ਹੀ ਇਲਾਕੇ ਦੇ ਨਗਰ ਪੰਚਾਇਤ ਨੇ, ਕਮੇਟੀ ਨੇ ਬੜੇ ਪ੍ਰੇਮ ਦੇ ਨਾਲ ਦਿੱਤੀ
ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਆਪਣਾ ਫਰਜ਼ ਸਮਝਦੇ ਹੋਏ ਜੋ ਇਸ ਸਥਾਨ 'ਤੇ ਦੋ ਮਹਾਨ ਜੋੜ ਮੇਲੇ ਮਨਾਏ ਜਾਂਦੇ ਸਨ। ਪਹਿਲਾ ਜੋੜ ਮੇਲਾ ਜੇਠ ਦੀ ਸੰਗਰਾਂਦ, ਜਿਹਨੂੰ ਆਪਾਂ ਨਿਸ਼ਾਨ ਸਾਹਿਬ ਦਾ ਜੋੜ ਮੇਲਾ ਕਹਿੰਦੇ, ਜਿਸ ਦੇ ਦਰਸ਼ਨ ਕਰਨ ਵਾਸਤੇ ਦੇਸ਼ਾਂ 'ਚੋਂ ਪ੍ਰਦੇਸ਼ਾਂ ਦੇ ਵਿੱਚੋਂ ਸੰਗਤ ਕੰਮ ਧੰਦੇ ਸੰਕੋਚਦੇ ਹੋਏ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਵੀ ਸੰਗਤਾਂ ਪਹੁੰਚਦੀਆਂ ਨੇ। ਬੜਾ ਭਾਰੀ ਜੋੜ ਮੇਲਾ ਲੱਗਦਾ ਹੈ। ਦੂਸਰਾ ਜੋੜ ਮੇਲਾ ਹੈ ਧੰਨ ਬਾਬਾ ਜਵਾਹਰ ਦਾਸ ਜੀ ਦਾ ਸਾਲਾਨਾ ਬਰਸੀ ਸਮਾਗਮ, ਜੋ ਪਿਛਲੇ ਸਾਲ ਦੋਵੇਂ ਜੋੜ ਮੇਲੇ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਨਗਰ ਦੀਆਂ ਸੰਗਤਾਂ, ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਚੜ੍ਹਦੀ ਕਲਾ ਨਾਲ ਮਨਾਏ ਗਏ। ਤੇ ਆਪ ਜੀ ਜਾਣਦੇ ਵੀ ਹੋ ਕਿ ਧੰਨ ਬਾਬਾ ਜਵਾਹਰ ਦਾਸ ਜੀ, ਉਹਨਾਂ ਨੇ ਸਾਰੀ ਉਮਰ ਸੇਵਾ ਤੇ ਸਿਮਰਨ ਦੇ ਵਿੱਚ ਬਤੀਤ ਕੀਤੀ। ਜਲ ਪਿਆਉਣ ਦੀ, ਪਾਣੀ ਪਿਆਉਣ ਦੀ ਸੇਵਾ ਕਰਦੇ ਹੁੰਦੇ ਸੀ ਤਾਂ ਬਾਬਾ ਜੀ ਦੇ ਮਨ ਦੇ ਵਿੱਚ ਫੁਰਨਾ ਆਇਆ ਕਿ ਸੰਤ ਸਾਰੀ ਉਮਰ ਪਾਣੀ ਪਿਆਉਣ ਦੀ ਸੇਵਾ ਕਰਦੇ ਰਹੇ, ਤੇ ਕਿਉਂ ਨਾ ਕੋਈ ਇਹੋ ਜਿਹਾ ਉਪਰਾਲਾ ਹੋਵੇ ਵੀ ਤੁਸੀਂ ਦੇਖਦੇ ਹੋ ਵੀ ਦਿਨ ਬ ਦਿਨ ਵਾਤਾਵਰਨ ਜਿਹੜਾ ਹੈ ਉਹ ਬਦਲਦਾ ਜਾ ਰਿਹਾ। ਪਾਣੀ ਦੀ ਕਮੀ ਜਿਹੜੀ ਹੈ ਦਿਨ ਬ ਦਿਨ ਧਰਤੀ ਵਿੱਚ ਆ ਰਹੀ ਹੈ, ਪਾਣੀ ਖਤਮ ਹੁੰਦਾ ਜਾ ਰਿਹਾ। ਤੇ ਗਰੀਬ ਜਿਹੜਾ ਤਬਕਾ ਹੈ ਉਹਦੇ ਵਾਸਤੇ ਬਹੁਤ ਕਠਿਨਾਈ ਹੋ ਜਾਂਦੀ ਹੈ ਵੀ ਕੁਝ ਨਾ ਕੁਝ ਹਿੱਸਾ ਇਸ ਪਵਿੱਤਰ ਸਥਾਨ ਦਾ ਪਵੇ। ਤਾਂ ਮਹਾਂਪੁਰਖਾਂ ਨੇ ਉਪਰਾਲਾ ਕੀਤਾ। ਧੰਨ ਬਾਬਾ ਜਵਾਹਰ ਦਾਸ ਜੀ ਵਹਿੰਗੀ ਆਪਣੇ ਮੋਢਿਆਂ 'ਤੇ ਪਾ ਕੇ ਚੁੱਕ ਕੇ ਪਿੰਡਾਂ ਪਿੰਡਾਂ 'ਚ ਕਈ ਕਿਲੋਮੀਟਰ ਤੱਕ ਪਾਣੀ ਪਿਆਉਣ ਜਾਂਦੇ ਸੀ। ਤਾਂ ਮਹਾਂਪੁਰਖਾਂ ਨੇ ਤਿਨਾਂ ਦੀ ਯਾਦ ਵਿੱਚ 5 ਪਾਣੀ ਦੀਆਂ ਟੈਂਕੀਆਂ ਇਲਾਕੇ 'ਚ ਦਿੱਤੀਆਂ, ਇਲਾਕੇ 'ਚ ਵੰਡੀਆਂ ਗਈਆਂ ਕਿ ਇਹਨਾਂ ਨੂੰ ਵਰਤੋ। ਤਾਂ ਉਸ ਤੋਂ ਉਪਰੰਤ ਹੁਣ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਬੜਾ ਭਿਆਨਕ ਤੇ ਬੜਾ ਹੀ ਦੁਖਦਾਈ ਚੱਲ ਰਿਹਾ ਹੈ। ਇਸ ਵਿੱਚ ਅਸਾਧ ਰੋਗ ਜਿਹੜਾ ਅਜੇ ਤੱਕ ਸਾਧਿਆ ਨਹੀਂ ਗਿਆ ਕਿਸੇ ਤੋਂ, ਜਿਹਨੂੰ ਕਰੋਨਾ ਵਾਇਰਸ ਮਹਾਂਮਾਰੀ ਦਾ ਨਾਮ ਦਿੱਤਾ ਗਿਆ ਹੈ। ਵੈਸੇ ਤੇ ਬੰਦੇ ਦੇ ਕਰਮਾਂ ਦਾ ਫਲ ਬੰਦੇ ਨੂੰ ਮਿਲਦਾ ਹੈ। ਕੋਈ ਮਾੜਾ ਕਰਮ ਕਰੇ ਉਹਨੂੰ ਮਾੜਾ ਫਲ ਮਿਲਦਾ ਹੈ, ਚੰਗਾ ਕਰੇ ਉਹਨੂੰ ਚੰਗਾ ਮਿਲਦਾ ਹੈ। ਪਰ ਇਹ ਮਹਾਂਮਾਰੀ ਸਾਰੇ ਸੰਸਾਰ ਦੇ ਵਿੱਚ ਹੀ ਫੈਲ ਗਈ ਤਾਂ ਮਤਲਬ ਸਾਰਾ ਸੰਸਾਰ ਹੀ ਪਰਮੇਸ਼ਰ ਤੋਂ ਬੇਮੁਖ ਹੋ ਰਿਹਾ, ਪਾਪੀ ਹੋ ਰਿਹਾ ਹੈ, ਮਾੜੇ ਕਰਮਾਂ 'ਚ ਪ੍ਰਵਿਰਤ ਹੋ ਰਿਹਾ ਹੈ। ਇੱਕ ਗੱਲ ਅਸੀਂ ਮੰਨੀਏ ਭਾਵੇਂ ਨਾ ਮੰਨੀਏ, ਗੁਰਬਾਣੀ ਨੇ ਡੰਕੇ ਦੀ ਚੋਟ 'ਤੇ ਕਿਹਾ ਸੀ ਵੀ ਸੱਜਣਾ ਜਿਹੜਾ ਵੀ ਰੱਬ ਨੂੰ ਭੁੱਲੂਗਾ ਰੋਗ ਉਹਨੂੰ ਚਿੰਬੜੂਗਾ। ਸਤਿਗੁਰੂ ਦੇ ਬਚਨ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ।
ਇਸ ਦਾ ਮਤਲਬ ਇਹ ਹੈ ਕਿ ਸੰਸਾਰ ਬੇਮੁਖ ਹੋਈ ਜਾ ਰਿਹਾ ਰਾਮ ਤੋਂ। ਸੰਸਾਰ ਪਰਮੇਸ਼ਰ ਨੂੰ ਭੁੱਲੀ ਜਾ ਰਿਹਾ ਹੈ, ਜਿਸ ਕਰਕੇ ਸਾਰੇ ਸੰਸਾਰ ਦਾ ਇੱਕ ਸਾਂਝਾ ਕਰਮ ਬਣ ਗਿਆ ਹੈ ਪਰਮੇਸ਼ਰ ਨੂੰ ਭੁੱਲਣਾ, ਬੇਮੁਖ ਹੋਣਾ, ਪਾਪ ਕਰਨਾ। ਇਸ ਕਰਕੇ ਸਾਰੇ ਸੰਸਾਰ ਨੂੰ ਹੀ ਸਜ਼ਾ ਮਿਲ ਰਹੀ ਹੈ। ਨਹੀਂ ਤਾਂ ਵੈਸੇ ਤਾਂ ਜਿਹੜਾ ਕਰੇ ਉਹਨੂੰ ਹੀ ਮਿਲਦੀ ਹੈ, ਪਰ ਜਦੋਂ ਕਰਮ ਸਾਂਝਾ ਹੋ ਜੇ ਫਿਰ ਫਲ ਵੀ ਸਾਂਝਾ ਹੀ ਮਿਲਦਾ ਹੈ ਸਾਰਿਆਂ ਨੂੰ। ਇਸ ਮਹਾਂਮਾਰੀ ਦੇ ਚੱਲਦਿਆਂ ਇਹ ਜਿਹੜਾ ਮਹਾਨ ਜੋੜ ਮੇਲਾ ਸੀ ਨਾ, ਜਿੱਥੇ ਲੱਖਾਂ ਦਾ ਇਕੱਠ ਹੁੰਦਾ ਸੀ, ਤੁਸੀਂ ਦੇਖਿਆ ਹੀ ਹੈ, ਸਾਰਿਆਂ ਨੂੰ ਦੱਸਣ ਦੀ ਲੋੜ ਹੀ ਨਹੀਂ। ਤਾਂ ਪ੍ਰਸ਼ਾਸਨ ਨੂੰ, ਸਰਕਾਰ ਨੂੰ ਅਰਜ਼ੀ ਦਿੱਤੀ ਗਈ ਸੀ ਵੀ ਗੁਰਮਤਾ ਹੈ ਸੰਗਤ ਦਾ, ਮਹਾਂਪੁਰਸ਼ਾਂ ਦਾ, ਕਿ ਜੋੜ ਮੇਲਾ ਮਨਾਉਣ ਵਾਸਤੇ ਜ਼ਿਆਦਾ ਨਹੀਂ ਤੇ 150 ਸਿੱਖਾਂ ਦੀ ਸੰਗਤ ਦੀ ਆਗਿਆ ਦਿੱਤੀ ਜਾਵੇ। ਪਰ ਪ੍ਰਸ਼ਾਸਨ ਦੇ ਹੱਥ ਖੜੇ ਹੋ ਗਏ। ਉਹਨਾਂ ਆਖਿਆ ਜੀ ਇਹ ਜੋੜ ਮੇਲਾ ਐਡਾ ਵੱਡਾ ਵਾ, ਜਿਹਨੂੰ ਵੀ ਦੇਤੀ ਬਾਕੀ ਸਾਰਿਆਂ ਧਰਨੇ 'ਤੇ ਬਹਿ ਜਾਣਾ। ਵੀ 2 ਜ਼ਿਲ੍ਹੇ ਇੱਥੇ ਇਕੱਠੇ ਹੁੰਦੇ ਅਤੇ ਅਸੀਂ ਤਾਂ 5 ਪਿਆਰਿਆਂ ਨੂੰ ਆਗਿਆ ਨਹੀਂ ਦੇ ਰਹੇ ਅੰਮ੍ਰਿਤ ਛਕਾਉਣ ਦੀ, ਤੁਸੀਂ ਕਹਿੰਦੇ 150 200 ਬੰਦੇ ਦੀ ਆਗਿਆ ਦੇ ਦਿਓ, ਨਿਸ਼ਾਨ ਸਾਹਿਬ ਚੜ੍ਹਾ ਲਈਏ। ਵੀ ਸਾਡੀ ਬੇਨਤੀ ਹੈ ਵੀ ਸਾਡੇ ਹੱਥ ਖੜੇ ਆ ਕਾਨੂੰਨ ਅੱਗੇ। ਤਾਂ ਪ੍ਰਸ਼ਾਸਨ ਦੀ ਫਿਰ ਪਰਮਿਸ਼ਨ ਨਾ ਮਿਲਣ ਕਰਕੇ ਬਾਬਾ ਜੀ ਦੇ ਮਨ ਦੇ ਵਿੱਚ ਆਇਆ ਵੀ ਸੰਗਤ ਜਿਹੜੀ ਮਹਾਂਪੁਰਖਾਂ ਦੀ ਪ੍ਰੇਮੀ ਹੈ, ਅਗਲੇ ਤਾਂ ਕੈਨੇਡਾ 'ਚੋਂ ਆ ਜਾਂਦੇ ਆ, ਅਮਰੀਕਾ 'ਚੋਂ ਆ ਜਾਂਦੇ। ਪਿਛਲੇ ਸਾਲ ਤੁਸੀਂ ਦੇਖਿਆ ਵੀ 150 ਤੋਂ ਵੱਧ ਟਰਾਲੀ ਜਿਹੜੀ ਸੀ ਲੰਗਰ ਦੀ ਬਣ ਕੇ ਆਈ ਸੀ ਕਿ ਨਹੀਂ ਆਈ ਸੀ। ਅਤੇ ਜਿਹੜੇ ਪਿੰਡ 'ਚੋਂ ਲੰਗਰ ਆਇਆ ਉੱਥੇ ਜਾ ਕੇ ਉਸੇ ਟਰਾਲੀ ਨੂੰ ਬਾਬਾ ਜੀ ਨੇ ਸਰੋਪੇ ਵੀ ਦਿੱਤੇ ਆਪ ਨਾਲੇ। ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ। ਤਾਂ ਮਹਾਂਪੁਰਖਾਂ ਨੇ ਫਿਰ ਇਹ ਉਪਰਾਲਾ ਕੀਤਾ ਲਾਈਵ ਦਾ ਕਿ ਭਾਈ ਆਪੋ ਆਪਣੇ ਘਰਾਂ 'ਚ ਬਹਿ ਕੇ ਇਹ ਨਿਸ਼ਾਨ ਸਾਹਿਬ ਦੇ ਜੋੜ ਮੇਲੇ ਨੂੰ ਘਰਾਂ 'ਚ ਬਹਿ ਕੇ ਦਰਸ਼ਨ ਕਰੋ, ਇੰਟਰਨੈਟ ਰਾਹੀਂ, TV ਰਾਹੀਂ, YouTube ਰਾਹੀਂ, ਅਤੇ ਇਹ ਦਿਨ ਠੀਕ ਹੋਣ। ਵਾਹਿਗੁਰੂ ਕਿਰਪਾ ਕਰੇ, ਗੁਰੂ ਸਾਹਿਬ ਕਿਰਪਾ ਕਰਨ, ਮਹਾਂਪੁਰਸ਼ ਕਿਰਪਾ ਕਰਨ। ਅਸੀਂ ਸਾਰੇ ਰਲ ਮਿਲ ਕੇ ਅਰਦਾਸ ਕਰੀਏ, ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਇਹ ਮਹਾਂਮਾਰੀ ਹਟੇ, ਗਲੋਂ ਲਵੇ, ਅਤੇ ਸੰਗਤਾਂ ਫੇਰ ਸੰਗਤ ਦੀ ਰਾਏ ਨਾਲ ਇਹ ਜੋੜ ਮੇਲਾ ਬਾਬਾ ਜੀ ਦਾ ਵਿਚਾਰ ਹੈ ਕਿ ਮਨਾਇਆ ਜਾਵੇ। ਉਸੇ ਤਰ੍ਹਾਂ ਹੀ ਸੋ ਗੁਰੂ ਕਿਰਪਾ ਕਰੇ। ਅੱਜ ਉਹ ਨਿਸ਼ਾਨ ਸਾਹਿਬ ਦਾ ਜੇਠ ਦੀ ਸੰਗਰਾਂਦ ਦਾ ਜੋੜ ਮੇਲਾ ਹੈ, ਜਿਹੜਾ ਧੰਨ ਬਾਬਾ ਜਵਾਹਰ ਦਾਸ ਜੀ ਦੇ ਸਮੇਂ ਦੇ ਵਿੱਚ ਉਹਨਾਂ ਨੇ ਆਪ ਆਰੰਭ ਕੀਤਾ ਸੀ। ਆਪ ਕਿ ਉਹਨਾਂ ਦੇ ਸੇਵਕ ਸੀ ਗੁਰਮੁਖ ਪਿਆਰੇ ਸ਼ਾਇਦ ਭਾਈ ਸ਼ੇਰਾ ਸਿੰਘ ਜੀ, ਹੋਰ ਵੀ ਸੱਜਣ ਬੇਅੰਤ ਸੇਵਕ ਹੋਏ ਨੇ ਪਿੰਡ ਦੇ ਉਹਨਾਂ ਦੇ। ਉਹਦੇ ਮਨ ਦੇ ਵਿੱਚ ਇਹ ਵਿਚਾਰ ਆਈ ਕਿ ਏਡੇ ਵੱਡੇ ਸੰਤ ਨੇ, ਤਿਆਗੀ ਬੜੇ ਨੇ, ਬੋਰੀ ਪਾ ਛੱਡਣੀ, ਬੋਰੀ 'ਤੇ ਚੌਂਕੜਾ ਮਾਰ ਕੇ ਬੈਠੇ ਰਹਿਣਾ, ਸਿਰ 'ਤੇ ਬੋਰੀ ਲੈ ਛੱਡਣੀ, ਬਰਾਗੀ ਬੜੇ ਨੇ। ਐਸੇ ਮਹਾਤਮਾ ਦੀ ਕੋਈ ਯਾਦ ਬਣਾਉਣੀ ਚਾਹੀਦੀ, ਕੋਈ ਯਾਦ ਸਥਾਪਨਾ ਕਰਨੀ ਚਾਹੀਦੀ ਹੈ ਤਾਂ ਕਿ ਸੰਗਤ ਪ੍ਰੇਰਨਾ ਲੈ ਸਕੇ। ਇਹ ਗੁਰਬਾਣੀ ਕਹਿੰਦੀ ਆ, ਇਹ ਰੱਬ ਦੇ ਪਿਆਰਿਆਂ ਦੇ ਮੱਥੇ ਲੱਗਿਆਂ ਰੱਬ ਚੇਤੇ ਆਉਂਦਾ। ਰੱਬ ਦੇ ਪਿਆਰਿਆਂ ਦੀ ਗੱਲਬਾਤ ਕਰੀਏ ਨਾ, 2-4 ਇਕੱਠੇ ਹੋ ਕੇ ਸੰਤਾਂ ਦੀ ਕੋਈ ਸਾਖੀ ਸਾਂਝੀ ਕਰੀਏ ਤੇ ਰੱਬ ਹਾਜ਼ਰ ਹੋ ਜਾਂਦਾ। ਸਤਿਗੁਰੂ ਕਹਿੰਦੇ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ।
ਸੌਖਾ ਜਿਹਾ ਤਰੀਕਾ ਕੀ ਆ, ਨਾਮ ਬਾਣੀ 'ਚ ਚਿੱਤ ਲੱਗੇ, ਨਾਮ 'ਚ ਚਿੱਤ ਲੱਗੇ ਤੇ ਕਿਸੇ ਮਹਾਤਮਾ ਦੀ ਕੋਈ ਸਾਖੀ ਆਰੰਭ ਕਰ ਲੈਣੀ ਚਾਹੀਦੀ ਜਿੱਥੇ 4 ਬੰਦੇ ਇਕੱਠੇ ਹੋਣ। ਸੌਖਾ ਜਿਹਾ ਤਰੀਕਾ ਕੀ ਆ, ਵੈਸੇ ਬਾਣੀ 'ਚ ਤੇ ਨਾਮ 'ਚ ਚਿੱਤ ਤੇ ਕਿਸੇ ਵਿਰਲੇ ਦਾ ਹੀ ਟਿਕੇਗਾ, ਪਰ ਸੌਖਾ ਤਰੀਕਾ ਕੀ ਆ ਵੀ ਗੁਰੂ ਸਾਹਿਬ ਦੀ ਕੋਈ ਸਾਖੀ ਆਰੰਭ ਕਰ ਲਓ, ਗੁਰੂ ਨਾਨਕ ਦੇਵ ਸਾਹਿਬ ਦੀ ਕੋਈ ਸਾਖੀ ਆਰੰਭ ਕਰ ਲਓ, 10 ਪਾਤਸ਼ਾਹਾਂ ਦੀ ਸਾਖੀ ਆਰੰਭ ਕਰ ਲਓ। ਤੁਹਾਡਾ ਤੇ ਟਿਕਣਾ ਟਿਕਣਾ, ਜਿਹੜੇ 4 ਲਾਗੇ ਬੈਠੇ ਘਰ ਦੇ ਮੈਂਬਰ ਉਹਨਾਂ ਦਾ ਵੀ ਟਿਕ ਜਾਣਾ। ਤਾਂ ਸੰਗਤ ਨੂੰ ਪ੍ਰੇਰਨਾ ਮਿਲਦੀ ਰਵੇ ਨਾਮ ਦੀ ਤੇ ਸੇਵਾ ਦੀ ਤੇ ਤਿਆਗ ਦੀ। ਤਾਂ ਉਹ ਗੁਰਮੁਖ ਪਿਆਰਾ ਸ਼ਪੈਦਾ ਚੁੱਕ ਕੇ ਲੈ ਆਇਆ। ਕਿਉਂ ਪੁਰਾਣੇ ਸਮੇਂ ਜਿਹੜੇ ਨਿਸ਼ਾਨ ਸਾਹਿਬ ਉਹ ਸ਼ਪੈਦਿਆਂ ਦੇ ਹੀ ਹੁੰਦੇ ਸੀ। ਹਰੇਕ ਕੋਲੇ ਇੰਨੀ ਸਮਰੱਥਾ ਨਹੀਂ ਸੀ ਵੀ ਲੋਹੇ ਦੇ ਚੜ੍ਹਾ ਲਓ। ਹੁਣ ਤਾਂ ਪੈਸਾ ਖੁੱਲ੍ਹਾ ਵਾ ਨਾ, ਸਟੀਲ ਦੇ ਵੀ ਚੜ੍ਹ ਕੇ ਜੰਗਾਲ ਹੀ ਨਹੀਂ ਲੱਗਣਾ। ਤੇ ਹੁਣ ਤੇ ਸੰਗਤਾਂ ਇੰਨੀਆਂ ਸੋਹਲ ਹੋ ਗਈਆਂ ਨਾ, ਜੈਕ ਹੀ ਲਾਤੇ ਵੀ ਆਪੇ ਥੱਲੇ ਉਤਰ ਜੇ ਤੇ ਆਪੇ ਚੜ੍ਹ ਜੇ, ਸਾਡੀਆਂ ਬਾਹਾਂ 'ਚ ਤੇ ਜ਼ੋਰ ਨਹੀਂ ਰਿਹਾ। ਤਾਂ ਪਰ ਇਸ ਸਥਾਨ ਤੇ ਉਹ ਮਰਿਆਦਾ ਚੱਲਦੀ ਦੇਖ ਲਓ, ਸੰਗਲ ਲੱਗੇ ਹੋਏ। ਇਹ ਸੰਗਤ ਨੇ ਚੜ੍ਹਾਉਣਾ। ਤੇ ਤੁਸੀਂ ਜਾਣਦੇ ਹੋ ਵੀ ਜਦੋਂ ਨਿਸ਼ਾਨ ਸਾਹਿਬ ਸਿਰਾਂ ਤੋਂ ਉੱਚਾ ਹੋ ਜਾਂਦਾ ਹੈ, ਆਪਣੇ ਆਪ ਹੀ ਚੜ੍ਹ ਜਾਂਦਾ ਹੈ। ਤਾਂ ਉਹ ਮਰਿਆਦਾ ਉਸੇ ਤਰ੍ਹਾਂ 100 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ। ਕਿਸੇ ਨੇ ਸੋਚਿਆ ਸੀ ਵੀ ਆਹ ਦਿਨ ਵੀ ਆਉਣਗੇ। ਜੋਤਸ਼ੀ ਸਤਿਕਾਰਯੋਗ ਨੇ ਸਾਰੇ ਹੀ। ਹੁਣ ਪਤਾ ਕਹਿੰਦੇ ਆ, ਆਹੋ ਇੱਕ ਜੋਤਸ਼ੀ ਨੇ ਨਾ 2 ਸਾਲ ਪਹਿਲਾਂ ਭਵਿੱਖਬਾਣੀ ਕੀਤੀ ਸੀ। ਪਤਾ ਲੱਗਣ ਤੋਂ ਬਾਅਦ ਜਦੋਂ ਸਭ ਕੁਝ ਬੰਦ ਹੋ ਗਿਆ, ਹੁਣ ਸਾਰੇ ਹੀ ਟੌਰ ਬਣਾਈ ਜਾਂਦੇ ਵੀ ਸਾਡੇ ਬਾਬੇ ਨੇ ਵੀ ਕਥਾ 'ਚ ਬੋਲਿਆ ਸੀ, ਸਾਡੇ ਵਿਦਵਾਨ ਨੇ ਵੀ ਬੋਲਿਆ ਸੀ, ਸਾਡੇ ਪੰਡਤ ਨੇ ਵੀ ਬੋਲਿਆ ਸੀ। ਪਰ ਗੁਰਬਾਣੀ ਕਹਿੰਦੀ ਆ, ਰਹਿਣ ਦੇ ਸੱਜਣਾ, ਜਿਨ੍ਹਾਂ ਨੂੰ ਪਤਾ ਉਹ ਦੱਸਦੇ ਨਹੀਂ, ਤੇ ਜਿਨ੍ਹਾਂ ਨੂੰ ਪਤਾ ਨਹੀਂ ਉਹਨਾਂ ਸਪੀਕਰ ਬੰਨੇ ਹੋਏ ਨੇ ਰੌਲਾ ਪਾਉਣ ਨੂੰ। ਪਰ ਪਰਮਾਤਮਾ ਦਾ ਭੇਦ ਜਾਂ ਪਰਮਾਤਮਾ ਜਾਣਦਾ, ਜਾਂ ਗੁਰੂ ਜਾਣਦਾ, ਜਾਂ ਮਹਾਤਮਾ ਜਾਣਦਾ, ਹੋਰ ਚੌਥਾ ਬੰਦਾ ਨਹੀਂ ਦੁਨੀਆ 'ਚ ਜਾਣ ਸਕਦਾ। ਕਿਸੇ ਨੇ ਸੋਚਿਆ ਸੀ ਵੀ ਇੱਦਾਂ ਦੇ ਦਿਨ ਵੀ ਆਉਣਗੇ, ਸਭ ਕੁਝ ਹੀ ਬੰਦ ਹੋ ਗਿਆ। ਪਰ ਇੱਕ ਚੀਜ਼ ਸਿਰਫ ਚੱਲਦੀ ਪਈ ਆ, ਉਹ ਕਿ ਗੁਰੂ ਕੇ ਲੰਗਰ। ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਕਿੱਡੀ ਵੱਡੀ ਕਮਾਈ ਹੋਊਗੀ। ਐਵੇਂ ਨਹੀਂ ਕਿਹਾ ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਸਿੱਧਾਂ ਨੇ ਕਿਹਾ ਸੀ, ਤਪਸਵੀਆਂ ਨੇ, ਜੋਗੀਆਂ ਨੇ ਕਿਹਾ ਸੀ। ਸਭ ਕੁਝ ਬੰਦ ਹੋ ਗਿਆ। ਕੈਨੇਡਾ ਦਾ ਪ੍ਰਧਾਨ ਮੰਤਰੀ ਕੀ ਕਹਿੰਦਾ, ਜੇ ਸਾਡੇ ਕੋਲੋਂ ਰੋਟੀ ਨਾ ਦਿੱਤੀ ਗਈ ਤੇ ਗੁਰਦੁਆਰਿਆਂ ਵੱਲ ਮੂੰਹ ਕਰ ਲਿਓ। ਫਿਰ ਅਮਰੀਕਾ ਕੀ ਕਹਿੰਦਾ ਹੈ ਕਿ ਸਾਡੇ ਤੋਂ ਜੇ ਪ੍ਰਬੰਧ ਨਾ ਹੋ ਸਕਿਆ ਤੇ ਗੁਰਦੁਆਰਿਆਂ ਨੂੰ ਬੇਨਤੀ ਆ ਲੰਗਰ ਪਹੁੰਚਾਓ। ਕਿੱਡੀ ਵੱਡੀ ਕਮਾਈ ਮਹਾਰਾਜ ਦੀ। ਸਭ ਕੁਝ ਬੰਦ ਤੇ ਲੰਗਰ ਚੱਲਦੇ ਪਏ। ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀ ਵੀ ਐਸੇ ਦਿਨ ਵੀ ਆਉਣਗੇ। ਬੰਦਾ ਬੰਦੇ ਤੋਂ ਡਰਨ ਲੱਗ ਪਿਆ। ਬੰਦਾ ਹੀ ਬੰਦੇ ਤੋਂ। ਬੈਠੇ ਵੀ ਸਾਰੇ ਘਰ 'ਚ ਲਾਗੇ ਜਾ ਕੇ ਰਾਜੀ ਨੇ, ਇੱਕ ਦੂਜੇ ਦੇ ਲਾਗੇ ਬਹਿ ਕੇ ਰਾਜੀ ਨੇ। ਚਲੋ ਇਹ ਹੁਣ ਵਿਚਾਰ ਸ਼ਬਦ ਦੇ ਰਾਹੀਂ ਆਪਾਂ ਅੱਗੇ ਕਰਾਂਗੇ। ਤਾਂ ਉਸ ਗੁਰਮੁਖ ਪਿਆਰੇ ਨੇ ਸ਼ਪੈਦਾ ਲੈ ਆਂਦਾ, ਆ ਵਾਹਿਗੁਰੂ ਪਸੰਦ ਕਰ ਲਿਆ ਤੇ ਬਾਬਾ ਜੀ ਨੂੰ ਕਹਿੰਦਾ ਤੁਹਾਡਾ ਨਿਸ਼ਾਨ ਸਾਹਿਬ ਚੜਾਉਣਾ। ਹੁਣ ਜਿਹੜੇ ਪੂਰਨ ਸੰਤ ਹੁੰਦੇ ਨਾ, ਇਹ ਜਿਉਂਦੇ ਜੀ ਨਹੀਂ ਆਪਣੀ ਪੂਜਾ ਕਰਾਉਂਦੇ। ਜੇ ਪਿੱਛੋਂ ਕੋਈ ਕਰੇ ਤੇ ਇਹਨਾਂ ਦੇ ਸਿਰ ਤੇ ਫਿਰ ਉਹ ਭਾਰ ਨਹੀਂ। ਤਾਂ ਕਹਿੰਦੇ ਨਿਸ਼ਾਨ ਤਾਂ ਫਿਰ ਮਰਿਆਂ ਤੋਂ ਬਾਅਦ ਲੱਗਦੇ ਹੁੰਦੇ, ਤੂੰ ਜਿਉਂਦੇ ਜੀ ਲਾਉਣ ਲੱਗਾ। 2 ਸਾਲ ਸਾਡੀ ਕਹਿੰਦੇ ਉਮਰ ਘਟਾਤੀ ਤੂੰ। ਸੰਤਾਂ ਦੀ ਨਾਰਾਜ਼ਗੀ ਦੇ ਬਚਨ ਸੁਣ ਕੇ ਉਹਨੂੰ ਬੜਾ ਦੁੱਖ ਲੱਗਾ ਵੀ ਮੇਰੇ ਤੋਂ ਬੜੀ ਗਲਤੀ ਹੋ ਗਈ, ਮੈਂ ਸੰਤਾਂ ਦੀ ਉਮਰ ਘਟਾਤੀ।
ਤਾਂ ਸੰਤਾਂ ਦੀ ਉਮਰ ਮੇਰੇ ਕਰਕੇ ਘਟ ਗਈ ਤੇ ਉਹ ਸਾਰੀ ਰਾਤ ਹੀ ਰੋਂਦਾ ਰਿਹਾ। ਮਹਾਂਪੁਰਖ ਨਿਮਰਤਾ ਦੇ ਘਰ 'ਚ ਆਏ, ਤਰਸ 'ਚ ਆਏ, ਕਹਿੰਦੇ ਚੱਲ ਕੋਈ ਨਹੀਂ, ਜਿਹੜੀ ਉਮਰ ਜਾਣੀ ਸੀ 2 ਸਾਲ ਉਹ ਤੇ ਚਲੇਗੀ, ਚੱਲ ਲਿਆ ਫਿਰ ਨਿਸ਼ਾਨ ਸਾਹਿਬ ਚੜ੍ਹਾਈਏ। ਤੇ ਵੈਸੇ ਸੰਗਤ ਕਹਿੰਦੀ ਹੈ ਵੀ ਵਿਸਾਖ ਦੀ ਸੰਗਰਾਂਦ ਦਿਨ ਨਿਯਤ ਕੀਤਾ ਸੀ, ਪਰ ਵਾਢੀ ਕਰਕੇ ਸੰਗਤ ਨੂੰ ਪ੍ਰੋਬਲਮ ਆਉਂਦੀ ਸੀ, ਫਿਰ ਜੇਠ ਦੀ ਸੰਗਰਾਂਦ ਨੂੰ ਮਨਾਉਣਾ ਸ਼ੁਰੂ ਕੀਤਾ, ਨਿਸ਼ਾਨ ਸਾਹਿਬ ਦਾ ਜੋੜ ਮੇਲਾ। ਸੋ ਇਹ ਮਹਾਨ ਜੋੜ ਮੇਲਾ ਹੈ ਜਿਹਦੇ ਆਪ ਜੀ ਲਾਈਵ ਰਾਹੀਂ ਦਰਸ਼ਨ ਕਰ ਰਹੇ ਹੋ। ਮਹਾਂਪੁਰਖਾਂ ਨੇ ਉਪਰਾਲਾ ਕੀਤਾ ਵੀ ਘਰ ਘਰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣ। ਨਾਲ ਨਾਲ ਜੇਠ ਦੀ ਸੰਗਰਾਂਦ ਦਾ ਵੀ ਪਵਿੱਤਰ ਦਿਹਾੜਾ ਹੈ। ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ, ਪਰਮਾਤਮਾ ਦੇ ਭਾਣੇ ਨੂੰ ਅਤ ਮਿੱਠਾ ਕਰਕੇ ਮੰਨਣ ਵਾਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਸਤਿਗੁਰੂ ਜੀ ਜੇਠ ਦੇ ਮਹੀਨੇ ਦਾ ਫਲਾ ਉਪਦੇਸ਼ ਵੀ ਤੇ ਫਲ ਵੀ। ਉਪਦੇਸ਼ ਦਿੰਦੇ ਨੇ ਵੀ ਕੀ ਕਰਨਾ ਹੈ, ਨਾਲ ਨਾਲ ਫਲ ਵੀ ਦੱਸਦੇ ਨੇ, ਜੇ ਇਹ ਕਰ ਲੋਗੇ ਤੇ ਇਹ ਚੀਜ਼ ਮਿਲੇਗੀ, ਇਹ ਬਰਕਤ ਪਰਮਾਤਮਾ ਤੋਂ ਆਵੇਗੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿਨ੍ਹਾਂ ਬਾਰੇ ਮਹਾਨ ਨਿਰਮਲੇ ਸੰਤ ਪੰਡਤ ਬ੍ਰਹਮ ਗਿਆਨੀ ਪੰਡਤ ਗੁਲਾਬ ਸਿੰਘ ਜੀ ਬੜੇ ਸੋਹਣੇ ਗੁਰੂ ਦੀ ਉਸਤਤ ਵਿੱਚ ਬਚਨ ਕਰਦੇ ਨੇ। ਉਹਨਾਂ ਨੂੰ ਪੁੱਛਿਆ ਜੀ ਗੁਰੂ ਕੌਣ ਹੈ? ਉਹ ਕਹਿੰਦੇ ਜਾ ਗੁਰੂ ਮੇ ਸਭ ਦਵੰਦ ਹਰੇ, ਅਰ ਪਾਰ ਪਰੇ ਪਦ ਕੇ ਪਰਸੇ। ਗੁਰੂ ਉਹ ਹੈ ਜਿਹੜਾ ਦਵੰਦ ਦਵੈਤ ਨੂੰ ਖਤਮ ਕਰ ਦੇ। ਗੁਰੂ ਉਹ ਹੈ ਜਿਹਦੇ ਇੱਕ ਵਾਰੀ ਚਰਨ ਫੜ ਲਏ ਫਿਰ ਟੈਨਸ਼ਨ ਲੈਣ ਦੀ ਲੋੜ ਨਹੀਂ ਆ। ਹੁਣ ਉਹਨੂੰ ਟੈਨਸ਼ਨ ਆ ਵੀ ਤੈਨੂੰ ਕਿੱਦਾਂ ਪਾਰ ਕਰਨਾ, ਉਹਨੇ ਤੈਨੂੰ ਲੋੜ ਨਹੀਂ ਆ, ਬਸ ਤੇਰਾ ਕੰਮ ਸੀ ਉਹਦੇ ਚਰਨ ਫੜਨੇ, ਤੇਰਾ ਕੰਮ ਸੀ ਸਿਰਫ ਅੰਮ੍ਰਿਤ ਛਕਣਾ। ਹੁਣ ਉਹ ਦੇਖੇਗਾ ਵੀ ਮੈਂ ਇਹਨੂੰ ਪਾਰ ਕਿੱਦਾਂ ਕਰਦਾ। ਅਰ ਪਾਰ ਪਰੇ ਪਦ ਕੇ ਪਰਸੇ, ਜਿਹਦੇ ਚਰਨਾਂ ਕਮਲਾਂ ਨੂੰ ਇੱਕ ਵਾਰੀ ਹੱਥ ਲੱਗ ਜੇ ਤੇ ਪਾਰ ਹੋ ਜੇ। ਔਰ ਫਿਰ ਗੁਰੂ ਕੌਣ ਹੈ? ਮੋਹ ਮਤੰਗ ਨਿਵਾਰਣ, ਜਿਹੜਾ ਮੋਹ ਰੂਪੀ ਹਾਥੀ ਨੂੰ ਦੂਰ ਕਰਦੇ। ਮੋਹ ਦੇ ਵਿੱਚ ਕਿੱਡੀ ਤਾਕਤ ਹੈ, ਕਹਿੰਦੇ ਜਿਵੇਂ ਹਾਥੀ। ਸੋ ਭਾਵ ਮੋਹੇ ਮਤੰਗ ਨਿਵਾਰਣ, ਮੋਹ ਰੂਪੀ ਮਤੰਗ ਨੂੰ ਦੂਰ ਕਰਦੇ। ਔਰ ਸਦਾ ਏਕ ਪਈਏ ਹਰਿ ਸੇ, ਤੇ ਜਿਹੜਾ ਸਦਾ ਹੀ ਇੱਕ ਪਰਮਾਤਮਾ ਦੇ ਸਿਮਰਨ 'ਚ ਜੁੜਿਆ ਰਹਿੰਦਾ ਹੈ, ਉਹ ਕੌਣ ਹੈ? ਗੁਰੂ ਹੈ। ਐਸੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੇਠ ਦੇ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਉਪਦੇਸ਼ ਦਿੰਦੇ ਨੇ। ਆਓ ਨਾਲ ਨਾਲ ਆਪਾਂ ਮਹਾਂਪੁਰਖਾਂ ਦੇ ਬਚਨਾਂ ਦੀ ਵੀ ਵਿਚਾਰ ਕਰਾਂਗੇ। ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਸੁਣਨ ਦੀ ਕਿਰਪਾਲਤਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਸਤਿਗੁਰੂ ਜੀ ਜੇਠ ਦੇ ਮਹੀਨੇ ਰਾਹੀਂ ਉਪਦੇਸ਼ ਦਿੰਦੇ। ਜੇਠ ਦੇ ਮਹੀਨੇ ਅਸੀਂ ਕੀ ਕਰਨਾ ਹੈ? ਤਾਂ ਮਹਾਰਾਜ ਕਹਿੰਦੇ ਨੇ ਹਰ ਜੇਠ ਜੜੰਦਾ ਲੋੜੀਐ। ਜੇਠ ਦੇ ਮਹੀਨੇ ਵਿੱਚ ਪਰਮਾਤਮਾ ਨਾਲ, ਵਾਹਿਗੁਰੂ ਨਾਲ ਜੁੜਨਾ ਚਾਹੀਦਾ ਹੈ। ਜਿਸ ਪਰਮਾਤਮਾ ਦੇ ਵਿੱਚ ਬੜੀ ਤਾਕਤ ਹੈ, ਬੜੀ ਬਰਕਤ ਹੈ,
ਜਿਹਦੇ ਅੱਗੇ ਸਭ ਨਿਵਨ ਨਿਮਰ ਭਾਵ 'ਚ ਹੋ ਜਾਂਦੇ ਨੇ, ਨਿਭ ਜਾਂਦੇ ਨੇ। ਨਿਭਣਾ ਪੈਂਦਾ ਹੈ। ਚੰਗੇ ਨੇ ਜਿਹੜੇ ਨਿਭਦੇ ਨੇ, ਜਿਹੜੇ ਹੁਣ ਨਹੀਂ ਸੀ ਨਿਭਦੇ ਉਹਨਾਂ ਨੂੰ ਹੁਣ ਨਿਭਣਾ ਪੈ ਗਿਆ। ਹੱਥ ਖੜ੍ਹੇ ਹੋ ਗਏ ਆ। ਕਰੋਨਾ ਵਾਇਰਸ ਨੇ ਲਾਲਾ ਕਰਾ ਛੱਡੀ ਆ ਫੜ ਕੇ। ਜਿਹੜੇ ਨਿਭਦੇ ਸੀ ਚੰਗੇ ਸੀ, ਜਿਹੜੇ ਨਹੀਂ ਸੀ ਨਿਭਦੇ ਉਹਨਾਂ ਨੂੰ ਵੀ ਨਿਭਣਾ ਪੈ ਗਿਆ। ਹਰਣਾਕਸ਼ ਅਸੀਂ ਲੋਕ ਨਾ ਸਿੱਖਿਆ ਨਹੀਂ ਲੈਂਦੇ। ਹਰਣਾਕਸ਼ ਦੀ ਸਾਖੀ ਗੁਰਬਾਣੀ ਦੇ ਵਿੱਚ ਟੂਕ ਮਾਤਰ ਅੰਕਿਤ ਹੈ। ਏਡਾ ਹਉਮੈ 'ਚ ਆ ਗਿਆ, ਕਹਿੰਦਾ ਰੱਬ ਹੀ ਮੈਂ, ਰੱਬ ਹੈ ਹੀ ਨਹੀਂ। ਤੇ ਅੱਜ ਵੀ ਕਈ ਦੇਸ਼ ਇਹੀ ਕਹਿੰਦੇ ਨਾ ਰੱਬ ਹੈ ਨਹੀਂ। ਕਈ ਬੰਦੇ ਕਹਿੰਦੇ ਰੱਬ ਹੈ ਨਹੀਂ। ਪਰ ਜਿਹੜਾ ਰੱਬ ਸੀ ਫਿਰ ਉਹਨੇ ਚੇਤੇ ਕਰਾਤਾ ਨਾ ਵੀ ਰੱਬ ਕੌਣ। ਕਹਿੰਦਾ ਨਾ ਦਿਨੇ ਮਰਾਂ ਨਾ ਰਾਤ ਮਰਾਂ। ਗੁਰਬਾਣੀ 'ਚ ਲਿਖਿਆ ਹੈ। ਭਾਈ ਗੁਰਦਾਸ ਸਾਹਿਬ ਨੇ ਵੀ ਲਿਖਿਆ ਹੈ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਅਸਤਰ ਨਾਲ ਮਰਾਂ ਨਾ ਸ਼ਸਤਰ ਨਾਲ ਮਰਾਂ, ਨਾ ਬੰਦੇ ਤੋਂ ਮਰਾਂ ਨਾ ਦੇਵਤੇ ਤੋਂ ਮਰਾਂ, ਨਾ ਜਾਨਵਰ ਤੋਂ ਮਰਾਂ। ਆਪਦੀ ਵੱਲੋਂ ਤੇ ਇੰਸ਼ੋਰੈਂਸ ਐਨ ਪੱਕੀ ਕਰ ਲਈ ਸੀ, ਚਾਰੇ ਪਾਸੇ ਸ਼ਿਓਰਿਟੀ ਪੂਰੀ ਕਰ ਲਈ ਸੀ। ਆਪਦੀ ਵੱਲੋਂ ਛੱਡਿਆ ਕੀ, ਕਿਤੇ ਸੋਚਿਓ ਦਿਮਾਗ ਤੇ ਜ਼ੋਰ ਦੇ ਕੇ, ਛੱਡਿਆ ਕੀ ਇਸ ਬੰਦੇ ਨੇ। ਅੰਦਰ ਮਰਾਂ ਨਾ ਬਾਹਰ ਮਰਾਂ, ਦਿਨੇ ਮਰਾਂ ਨਾ ਰਾਤ ਮਰਾਂ, ਅਸਤਰ ਨਾਲ ਮਰਾਂ ਨਾ ਸ਼ਸਤਰ ਨਾਲ ਮਰਾਂ, ਨਾ ਬੰਦੇ ਤੋਂ ਮਰਾਂ ਨਾ ਰਾਖਸ਼ ਤੋਂ ਮਰਾਂ, ਨਾ ਦੇਵਤੇ ਤੋਂ ਮਰਾਂ, ਰਹਿ ਗਏ ਜਾਨਵਰ ਇਹਨਾਂ ਤੋਂ ਨਾ ਮਰਾਂ। ਪਰ ਜਿਹੜਾ ਪਰਮਾਤਮਾ ਸੀ ਫਿਰ ਉਹਨੇ ਆਣ ਕੇ ਦਰਸ਼ਨ ਦੇ ਹੀ ਦਿੱਤੇ। ਉਹ ਇਹੋ ਜਿਹਾ ਬਣ ਕੇ ਆਇਆ, ਨਾ ਉਹ ਬੰਦਾ ਸੀ ਨਾ ਜਾਨਵਰ। ਜਿੱਥੇ ਮਾਰਿਆ ਨਾ ਉਹ ਅੰਦਰ ਸੀ ਨਾ ਬਾਹਰ। ਜਿਹੜੇ ਟਾਈਮ ਮਾਰਿਆ ਨਾ ਉਹ ਦਿਨ ਸੀ ਨਾ ਉਹ ਰਾਤ। ਨਿਭਣਾ ਪੈ ਗਿਆ ਨਾ ਫਿਰ। ਰਾਵਣ ਦੀ ਉਦਾਹਰਣ ਆ ਗੁਰਬਾਣੀ 'ਚ। 10 ਸਿਰ ਗ੍ਰੰਥ ਤੇ ਉਹਦੀ ਇੰਨੀ ਉਸਤਤ ਕਰਦੇ, ਕਹਿੰਦੇ ਮੌਤ ਨੂੰ ਕਾਲ ਨੂੰ ਪਾਵੇ ਨਾ ਬੰਨਣ ਵਾਲਾ। ਪਰ ਜਿਹੜਾ ਰੱਬ ਸੀ ਫਿਰ ਉਹਨੇ ਰੱਬ ਚੇਤੇ ਕਰਾਤਾ ਨਾ ਆਣ ਕੇ। ਇੱਕ ਵਾਰੀ ਤੇ ਮੁਨਕਰ ਹੋ ਗਿਆ ਵੀ ਰੱਬ ਹੀ ਆਪਾਂ, ਹੋਰ ਰੱਬ ਹੈ ਨਹੀਂ। ਇਸੇ ਤਰ੍ਹਾਂ ਕੰਸ ਦੀ ਉਦਾਹਰਣ ਹੈਗੀ ਗੁਰਬਾਣੀ 'ਚ। ਕਿੱਡਾ ਕੁ ਪਾਪੀ ਹੋਵੇਗਾ, ਜਦੋਂ ਪਤਾ ਲੱਗਾ ਵੀ 8ਵਾਂ ਬੱਚਾ ਜਿਹੜਾ ਜੰਮੂਗਾ ਮੈਨੂੰ ਮਾਰੂਗਾ, ਤੇ ਉਹਨੂੰ ਪਤਾ ਲੱਗਾ ਵੀ 8ਵਾਂ ਤੇ ਜੰਮਿਆ ਹੀ ਨਹੀਂ, ਗਰਭਪਾਤ ਹੋ ਗਿਆ। ਬੜਾ ਖੁਸ਼ ਹੋਇਆ, ਕਹਿੰਦਾ ਰੱਬ ਡਰ ਗਿਆ ਮੇਰੇ ਤੋਂ, ਜੰਮਿਆ ਹੀ ਨਹੀਂ ਕਹਿੰਦਾ। ਤੇ ਫਿਰ ਹੁਣ ਪਾਪੀ ਜਿਹੜਾ ਹੁੰਦਾ ਨਾ, ਇਹ ਨਿਡਰ ਨਹੀਂ ਰਹਿ ਸਕਦਾ। ਪਾਪੀ ਨੂੰ ਡਰ ਬਣਿਆ ਹੀ ਰਹਿਣਾ ਹੈ। ਫਿਰ ਸੋਚ ਸਾਜ ਕੇ ਕਹਿੰਦਾ ਅੱਜ ਦੇ ਦਿਨ ਜਿੰਨੇ ਜੰਮੇ ਨੇ ਸਾਰੇ ਹੀ ਮਾਰ ਦੋ। ਆਪਦੇ ਵੱਲੋਂ ਪੂਰਾ ਸਾਵਧਾਨ ਹੋ ਗਿਆ ਵੀ ਕਿਸੇ ਗੱਲੋਂ ਕਸਰ ਛੱਡਣੀ ਨਹੀਂ ਆ, ਹਰ ਚਾਲ ਵਰਤ ਲਈ। ਪਰ ਜਿਹੜਾ ਰੱਬ ਦਾ ਪਿਆਰਾ ਸੀ ਉਹਨੇ ਫਿਰ ਰੱਬ ਵਿਖਾ ਹੀ ਦਿੱਤਾ ਨਾ। ਕਹਿੰਦੇ ਵਾਲਾਂ ਤੋਂ ਫੜ ਕੇ ਇੱਦਾਂ ਪਟਕਾ ਕੇ ਮਾਰਿਆ ਜਿੱਦਾਂ ਧੋਬੀ ਕੱਪੜੇ ਨੂੰ ਮਾਰਦਾ। ਦੁਰਯੋਧਨ ਦੀ ਉਦਾਹਰਣ, ਸਿਰ ਤੇ ਛਤਰ ਚੱਲਦੇ ਸੀ, 12 ਕੋ ਸੋਨੇ ਦੇ ਥੱਲੇ ਹੀ ਤੁਰਿਆ ਜਾਂਦਾ ਸੀ, ਸੋਨੇ ਦੇ ਛਤਰ। ਪਰ ਜਿਹੜੇ ਰੱਬ ਦੇ ਪਿਆਰੇ ਸੀ ਰੱਬ ਦਿਖਾ ਹੀ ਦਿੱਤਾ। ਹਾਲਤ ਇੰਨੀ ਮਾੜੀ ਹੋ ਗਈ, ਸੰਸਕਾਰ ਤੇ ਕੀ ਹੋਣਾ ਸੀ, ਕਾਵਾਂ ਕੁੱਤਿਆਂ ਨੇ ਵੀ ਨਹੀਂ ਖਾਧਾ। ਦੇਹੀ ਗਿਰਜ ਨਾ ਖਾਈ, ਪਾਪੀ ਸੀ, ਕਿਰਤ ਕਣ ਸੀ। ਇਸਲਾਮ ਧਰਮ ਦੇ ਵਿੱਚ ਜਾਂ ਇੱਧਰ ਦਾ ਜਿਹੜਾ ਇਸਲਾਮੀ ਸਾਹਿਤ ਹੈ ਜਾਂ ਦੂਸਰੇ ਧਰਮਾਂ ਦੇ ਵਿੱਚ ਇੱਕ ਬਾਦਸ਼ਾਹ ਹੋਇਆ ਫਿਰੌਨ, ਜਿਹੜਾ ਆਪਣੇ ਆਪ ਨੂੰ ਖੁਦਾ ਕਹਾਉਣ ਲੱਗਾ ਸੀ ਵੀ ਰੱਬ ਮੈਂ ਹੀ ਹਾਂ।
ਤੇ ਪਰਮਾਤਮਾ ਨੇ ਆਖਿਆ ਤੈਨੂੰ ਮੈਂ ਕੀ ਮਾਰਦਾ, ਤੈਨੂੰ ਇਹੋ ਜਿਹੀ ਮੌਤ ਦਊਂਗਾ ਕਿ ਨਾ ਤੂੰ ਸੜੇਗਾ, ਨਾ ਤੇਰਾ ਸਰੀਰ ਗਲੇਗਾ, ਨਾ ਤੇਰਾ ਸਰੀਰ ਸੜੇਗਾ। ਅੱਜ ਵੀ ਉਹਦੀ ਲਾਸ਼ ਪਈ ਆ, ਹਜ਼ਾਰਾਂ ਸਾਲ ਹੋ ਗਏ ਨੇ, ਅੱਜ ਵੀ ਉਹਦੀ ਲਾਸ਼ ਪਈ। ਤੇ ਪਵਿੱਤਰ ਕੁਰਾਨ ਸ਼ਰੀਫ 'ਚ ਇਹ ਸਾਖੀ ਲਿਖੀ, ਉਹਦਾ ਜ਼ਿਕਰ ਆ। ਤੇ ਡਾਕਟਰ ਹੈਰਾਨ ਨੇ, ਉਹਦੇ ਸਰੀਰ 'ਚੋਂ ਆਪਣੇ ਆਪ ਹੀ ਮਿੱਟੀ ਪੈਦਾ ਹੋਈ ਜਾਂਦੀ ਆ, ਸਰੀਰ ਉੱਦਾਂ ਹੀ ਰਹਿੰਦਾ ਉਹਦਾ, ਗਲੀ ਜਾਂਦਾ ਹੈ, ਸੜੀ ਜਾਂਦਾ, ਖਤਮ ਨਹੀਂ ਹੁੰਦਾ, ਸਦਾ ਹੀ ਸਰੀਰ ਰਹਿੰਦਾ ਹੈ। ਵੀ ਤੈਨੂੰ ਤੇ ਕਹਿੰਦੇ ਮੌਤ ਵੀ ਨਸੀਬ ਨਾ ਹੋਊਗੀ, ਆਪਣੇ ਆਪ ਨੂੰ ਰੱਬ ਸਮਝ ਬੈਠਾ ਹੈ। ਇਹ ਜਿੰਨੀਆਂ ਧਾਰਮਿਕ ਗਵਾਹੀਆਂ ਨੇ ਨਾ, ਇਹ ਚੇਤੇ ਕਰਾਉਣ ਨੂੰ ਇਹ ਰੱਬ ਕੋਈ ਹੈਗਾ, ਦੇਖਦਾ ਨਾ ਦੇਖਦਾ ਉਹ ਵੱਖਰੀ ਗੱਲ ਹੈ, ਪਰਮਾਤਮਾ ਕੋਈ ਹੈ ਤਾਂ ਬੜੀਆਂ ਗਵਾਹੀਆਂ ਨੇ। ਦਸਵੇਂ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ 'ਚ ਕਮਾਲ ਕੀਤੀ। ਕਹਿੰਦੇ ਜਦੋਂ ਦੁਨੀਆ 'ਤੇ ਪਾਪ ਬਹੁਤ ਵੱਧ ਗਿਆ ਨਾ, ਭਗਵਾਨ ਵਿਸ਼ਨੂੰ ਦਾ ਕਹਿੰਦੇ ਫਿਰ 24ਵਾਂ ਅਵਤਾਰ ਹੋਊਗਾ, ਨੇਹ ਕਲੰਕ। ਕਲਯੁਗ ਦੇ ਹਾਲਾਤ ਏਡੇ ਮਾੜੇ ਹੋ ਜਾਣਗੇ ਕਿ ਭੈਣ ਭਰਾ ਦਾ ਰਿਸ਼ਤਾ ਖਤਮ ਹੋ ਜਾਊਗਾ, ਮਾਂ ਪੁੱਤ ਦਾ ਰਿਸ਼ਤਾ ਖਤਮ ਹੋ ਜਾਊਗਾ। ਇੰਨੀ ਆਤਿਸ਼ ਬੰਦੇ ਨੂੰ ਚਿੰਬੜ ਜਾਵੇਗੀ, ਇੰਨੀ ਕਾਮ ਦੀ ਅੱਗ ਚਿੰਬੜ ਜਾਵੇਗੀ। ਕੁਰਾਨ ਪੜ੍ਹਨੀ ਬੰਦ ਹੋ ਜਾਏਗੀ, ਪੁਰਾਨ ਪੜ੍ਹਨੀ ਬੰਦ ਹੋ ਜਾਊਗੀ, ਪੂਜਾ ਪਾਠ ਨਮਾਜ਼ ਸਭ ਖਤਮ ਹੋ ਜਾਏਗਾ, ਸਭ ਬੰਦ ਕਰ ਦੇਣਗੇ ਲੋਕ। ਇਹ ਰੱਬ ਨਹੀਂ ਹੈ, ਇਹ ਸਭ ਬੰਦ ਕਰੋ। ਇੱਕ ਪੰਡਤ ਚੋਰੀ ਰੱਬ ਦੀ ਪੂਜਾ ਕਰੇਗਾ, ਸ਼ਕਤੀ ਦੀ ਪੂਜਾ ਕਰੇਗਾ, ਉਹਦੀ ਘਰ ਵਾਲੀ ਹੀ ਉਹਨੂੰ ਫਸਾ ਦੇਗੀ, ਰਾਜੇ ਨੂੰ ਸ਼ਿਕਾਇਤ ਕਰ ਦੇਗੀ ਵੀ ਇਹ ਚੋਰੀ ਚੋਰੀ ਰੱਬ ਨੂੰ ਮੰਨਦਾ। ਉਹ ਰਾਜਾ ਆਣ ਕੇ ਕਵੇਗਾ ਜਾਂ ਰੱਬ ਨੂੰ ਮੰਨਣਾ ਛੱਡ ਦੇ, ਨਹੀਂ ਤੇ 2 ਟੋਟੇ ਕਰੂੰਗਾ ਮੈਂ ਤੇਰੇ। ਏਡੀ ਵੱਡੀ, ਅਜੇ ਤੇ ਕਲਯੁਗ ਕੁਝ ਵੀ ਨਹੀਂ ਆਇਆ, ਅਜੇ ਤੇ ਤੁਸੀਂ ਗੁਰਦੁਆਰੇ ਆ ਸਕਦੇ ਆ, ਪਾਠ ਕਰ ਸਕਦੇ ਆ, ਸਿਮਰਨ ਕਰ ਸਕਦੇ ਆ, ਸੇਵਾ ਕਰ ਸਕਦੇ ਆ, ਮੰਦਰ ਬਣੇ ਨੇ, ਮਸੀਤਾਂ ਬਣੀਆਂ ਨੇ, ਚਰਚ ਬਣੇ ਨੇ। ਉਹ ਕਹਿੰਦੇ ਸਭ ਕੁਝ ਹੀ ਬੰਦ ਹੋ ਜਾਣਾ ਵਾ, ਤੇ ਜੇ ਤੂੰ ਨਾਂ ਲੈਂਦਾ ਵੀ ਫੜਿਆ ਗਿਆ ਤੇ ਸਜ਼ਾ ਏ ਮੌਤ ਹੋਊਗੀ, ਇਹੋ ਜਿਹਾ ਟਾਈਮ ਆਉਣਾ। ਆਪਾਂ ਤੇ ਇਹਨਾਂ ਨੂੰ ਹੀ ਰੋਈ ਜਾਂਦੇ ਨਾ, ਕੁਝ ਕੁ ਨਾਸਤਿਕ ਵਿਦਵਾਨਾਂ ਨੂੰ, ਕਹਿੰਦੇ ਜੀ ਸਿਮਰਨ ਨਾ ਕਰੋ, ਕਹਿੰਦੇ ਜੀ ਨਿਤਨੇਮ ਨਾ ਕਰੋ। ਮਹਾਰਾਜ ਨੇ ਤਾਂ ਬੜਾ ਕੁਝ ਲਿਖਿਆ, ਤਾਂ ਫਿਰ ਉਹ ਅੜ ਜਾਂਦਾ, ਉਹ ਸੱਚਾ ਧਰਮੀ ਆ, ਉਹ ਕਹਿੰਦਾ ਭਾਈ ਮੈਂ ਮਰਨਾ ਮਨਜ਼ੂਰ ਕਰੂੰਗਾ, ਪਰ ਮੈਨੂੰ ਪਤਾ ਰੱਬ ਹੈ, ਸ਼ਕਤੀ ਹੈ ਕਿਸੇ ਸਰੂਪ 'ਚ। ਹਰ ਧਰਮ ਨੂੰ ਆਪੋ ਆਪਣੇ ਸਰੂਪ 'ਚ ਮੰਨਦਾ ਹੈ, ਰੂਪ 'ਚ ਮੰਨਦਾ ਹੈ। ਉਹ ਫਿਰ ਧਰਮੀ ਪੱਕਾ ਸੀ, ਤੇ ਜਦੋਂ ਧਰਮੀ ਪੱਕਾ ਹੋਵੇ ਨਾ, ਸਿਦਕੀ ਪੱਕਾ ਹੋਵੇ, ਫਿਰ ਕਿਰਪਾ ਵਰਤਦੀ ਹੈ, ਫੇਰ ਕੁਝ ਬਰਕਤ ਵਰਤਦੀ ਆ। ਤੇ ਜੇ ਧਰਮੀ ਢਿੱਲਾ ਹੋਵੇ, ਡੋਲ ਜੇ, ਫੇਰ ਨਹੀਂ ਵਰਤਦੀ। ਤਾਂ ਉਸੇ ਵੇਲੇ ਕਹਿੰਦੇ ਇੱਕ ਪ੍ਰਕਾਸ਼ ਪੈਦਾ ਹੁੰਦਾ ਵਾ, ਉਹਦੇ ਵਿੱਚੋਂ ਇੱਕ ਸਰੀਰ ਪੈਦਾ ਹੁੰਦਾ ਜਿਹਨੂੰ ਨੇਹ ਕਲੰਕ ਅਵਤਾਰ ਕਹਿੰਦੇ। ਉਹ ਫਿਰ ਚੜ੍ਹਦਾ ਵਾ, ਸੰਸਾਰ ਜਿੱਤਦਾ ਵਾ, ਧਰਮ ਨੂੰ ਸਥਾਪਨ ਕਰਦਾ ਵਾ, ਫਿਰ ਪਰਮਾਤਮਾ ਦਾ ਉਹ ਨਾਮ ਸੰਸਾਰ 'ਚ ਡੰਕੇ ਦੇ ਜ਼ੋਰ 'ਤੇ ਜਪਾਉਂਦਾ, ਖਤਮ ਕਰਦਾ ਸਾਰੇ ਦੇਸ਼ਾਂ ਨੂੰ। ਬੜਾ ਲੰਮਾ ਸਮਾਂ ਉਹ ਰਾਜ ਕਰਦਾ, ਤੇ ਉਹਦਾ ਇੱਕ ਨਾ ਵਜ਼ੀਰ ਹੁੰਦਾ ਹੈ, ਤੇ ਅੰਤ ਦਾ ਸਮਾਂ ਤੇ ਸਾਰਿਆਂ ਤੇ ਆਉਣਾ। ਜਦੋਂ ਉਹ ਜੋਤੀ ਜੋਤ ਸਮਾ ਜਾਂਦਾ ਹੈ, ਤੇ ਉਹਦਾ ਵਜ਼ੀਰ ਜੀ ਦਾ ਨਾਮ ਮਹਿੰਦੀ ਪੀਰ, ਉਹ ਗੱਦੀ ਤੇ ਬਹਿ ਜਾਂਦਾ, ਤੇ ਉਹਨੂੰ ਹਉਮੈ ਹੋ ਜਾਂਦੀ ਆ, ਉਹੋ ਹੀ ਹਉਮੈ। ਹੁਣ ਸਾਰੀ ਦੁਨੀਆ ਦਾ ਮਾਲਕ ਉਹ ਹੈ, ਉਹਨੂੰ ਹਉਮੈ ਹੋ ਜਾਂਦੀ ਹੈ ਵੀ ਸਭ ਕੁਝ ਮੈਂ ਹੀ ਆ। ਉਹਨੂੰ ਬੜਾ ਸਮਝਾਉਣ ਦਾ ਯਤਨ ਕੀਤਾ ਜਾਂਦਾ, ਨਾਲੇ ਪੀਰ ਸੀ, ਬਾਦਸ਼ਾਹ ਬਣ ਜਾਂਦਾ ਹੈ। ਤੇ ਫਿਰ ਬਾਣੀ ਕਹਿੰਦੀ ਹਰ ਜੂ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਰੱਬ ਹੋ ਸਕਦਾ ਹੈ ਵੀ ਸਭ ਕੁਝ ਮਾਫ ਕਰ ਦੇ, ਪਰ ਹਉਮੈ ਵਾਲੇ ਨੂੰ ਨਹੀਂ ਲਾਗੇ ਲੱਗਣ ਦਿੰਦਾ।
ਹੰਕਾਰੀ ਨੂੰ ਨੇੜੇ ਨਹੀਂ ਆਉਣ ਦਿੰਦਾ। ਹਉਮੈ ਇੰਨੀ ਹੋ ਗਈ ਵੀ ਉਹ ਉਸੇ ਭੁਲੇਖੇ 'ਚ ਫੇਰ ਆ ਜਾਂਦਾ ਵੀ ਰੱਬ ਮੈਂ ਹੀ। ਤਾਂ ਅਕਾਲ ਪੁਰਖ ਪਰਮੇਸ਼ਰ ਖਿੜਖੜਾ ਕੇ ਹੱਸ ਪੈਂਦਾ। ਬੜੇ ਪ੍ਰਬੰਧ ਨੇ, ਲੱਖਾਂ 'ਚ ਫੌਜ ਹੈ, ਪੰਛੀ ਵੀ ਪਰ ਨਹੀਂ ਜਾ ਕੇ ਫੜਕਾ ਸਕਦਾ, ਪੰਛੀ ਵੀ ਪਰ ਨਹੀਂ ਮਾਰ ਸਕਦਾ, ਇੰਨੀ ਸਿਕਿਉਰਿਟੀ। ਮਰਨ ਤੋਂ ਬਚਣ ਦੇ ਬੜੇ ਯਤਨ ਕੀਤੇ ਨੇ, ਦਵਾਈਆਂ, ਵੈਦ। ਦਸਮ ਦੇ ਵਿੱਚ ਤੇ ਥੋੜਾ ਸੰਖੇਪ 'ਚ ਇਹਨੂੰ ਵਿਸਥਾਰ ਕਰਦਾ ਇਹਦਾ। ਔਰ ਇੱਕ ਨਿੱਕੀ ਜੀ ਕੀੜੀ ਉਹਦੇ ਕੰਨ 'ਚ ਵੜ ਜਾਂਦੀ ਹੈ ਤੇ ਉਹ ਜਿਹੜਾ ਰੱਬ ਬਣਿਆ ਸੀ ਸਾਰੀ ਦੁਨੀਆ ਦਾ ਬਾਦਸ਼ਾਹ, ਮਹਿੰਦੀ ਪੀਰ ਨੇ ਕਲੰਕ ਤੋਂ ਬਾਅਦਾਂ ਜਾ ਕੇ ਇੱਕ ਨਿੱਕੀ ਜੀ ਕੀੜੀ ਦੀ ਦੰਦੀ ਵੱਢਣ ਨਾਲ ਉਹਦੀ ਮੌਤ ਹੋ ਜਾਂਦੀ। ਮੰਨੋ ਭਾਵੇਂ ਨਾ ਮੰਨੋ, ਮਹਾਰਾਜ ਕੀ ਕਹਿੰਦੇ ਨੇ, ਨੀਕੀ ਕੀਰੀ ਮਹਿ ਕੱਲ ਰਾਖੈ ਭਸਮ ਕਰੇ ਲਸ਼ਕਰ ਕੋਟ ਲੱਖ। ਕਿੱਦਾਂ ਦਾ ਸਮਾਂ ਆ ਗਿਆ ਹੈ। ਸੋਚਿਆ ਸੀ ਕਿਸੇ ਨੇ ਨਿਵਣਾ ਪੈ ਰਿਹਾ ਕਿ ਨਹੀਂ? ਤਾਂ ਮਹਾਰਾਜ ਕਹਿੰਦੇ ਜਿਹਦੇ ਅੱਗੇ ਸਾਰਿਆਂ ਨੂੰ ਹੀ ਨਿਵਣਾ ਪੈਂਦਾ ਹੈ ਉਹਦੇ ਨਾਲ ਜੁੜ ਜਾ, ਬੜਾ ਫਾਇਦਾ ਹੋਊਗਾ ਤੈਨੂੰ ਜੁੜਨਾ। ਹਰਿ ਸਿਉ ਜੁਰੇ ਨਾ ਵਿਆਪੈ ਕਾੜਾ, ਕੋਈ ਟੈਨਸ਼ਨ ਨਹੀਂ, ਕੋਈ ਫਿਕਰ ਨਹੀਂ। ਹਰਿ ਸਿਉ ਜੁਰੇ ਤਾਂ ਹੋਵੇ ਨਿਸਤਾਰਾ ਰੇ ਮਨ ਮੇਰੇ, ਤੂੰ ਹਰਿ ਸਿਉ ਜੋਰ ਕਾਜ ਤੁਹਾਰੇ ਨਾਹੀ ਹੋਰ। ਅੱਜ ਦੇਖੋ ਕਿੱਦਾਂ ਦੇ ਦਿਨ ਆ ਗਏ ਨੇ, ਪਰ ਸਿੱਖ ਧਰਮ ਦੀ ਲਾਜ ਅੱਜ ਵੀ ਗੁਰੂ ਨਾਨਕ ਦੇਵ ਸਾਹਿਬ ਨੇ ਰੱਖੀ। ਕਿੱਦਾਂ ਬੰਦ ਕਰ ਲੈਣਗੇ ਗੁਰਦੁਆਰੇ? ਰੋਟੀ ਨਹੀਂ ਖਵਾਉਣੀ ਲੋਕਾਂ ਨੂੰ, ਮਰਨਾ ਭੁੱਖੇ ਲੋਕਾਂ ਨੇ। ਦੁਨੀਆ ਨੇ ਮਰਨਾ। ਤਗੜੇ ਬੰਦੇ ਦਾ ਤੇ ਸਰਜੂ, ਗਰੀਬ ਕੀ ਕਰੂ? ਜਿਹੜਾ ਦਿਹਾੜੀ ਕਰਦਾ ਵਾ, ਜਿਹਨੇ ਰੋਜ਼ 300 500 ਕਮਾ ਕੇ ਰੋਟੀ ਖਾਣੀ ਸੀ, ਉਹਦਾ ਕੀ ਬਣੂਗਾ? ਜਿਹਨੇ 10-15 ਲੱਖ ਜੋੜਿਆ ਉਹ ਤੇ 2 ਮਹੀਨੇ ਕੱਢ ਜਾਊਗਾ, 3 ਮਹੀਨੇ ਕੱਢ ਜਾਊਗਾ। ਉਹਦੇ ਵਾਸਤੇ ਗੁਰੂ ਦੀ ਗੋਲਕ ਹੀ ਗਰੀਬ ਦਾ ਮੂੰਹ ਹੈ ਤੇ ਗੁਰੂ ਦਾ ਲੰਗਰ ਹੀ ਸਭ ਕੁਝ ਹੈ। ਤਾਂ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਬੜੇ ਪ੍ਰੇਮ ਨਾਲ ਕਹਿੰਦੇ ਨੇ, ਜਾਪ ਸਾਹਿਬ 'ਚ ਮਹਾਰਾਜ ਕਹਿੰਦੇ ਨੇ, ਅਮਿਤੋਜ ਕਹਿਜੈ। ਅਮਿਤ ਹੈ, ਓਜ ਮੈਨੇ ਤਾਕਤ। ਜਿਹੜੀ ਚੀਜ਼ ਹੱਦ 'ਚ ਹੋਵੇ ਉਹ ਰੱਬ ਨਹੀਂ ਹੁੰਦੀ, ਜਿਹੜੀ ਬੇਹੱਦ ਹੋਵੇ ਉਹ ਰੱਬ ਹੁੰਦੀ। ਇਨਫਿਨਿਟੀ ਵੀ ਕਹਿ ਦਿੰਦੇ ਅੰਗਰੇਜ਼ੀ 'ਚ। ਜਿਹੜੀ ਚੀਜ਼ ਅੰਤ ਵਿੱਚ ਆਵੇ ਉਹ ਰੱਬ ਨਹੀਂ ਹੁੰਦੀ, ਜਿਹੜੀ ਬੇਅੰਤ ਹੋਵੇ ਉਹ ਰੱਬ ਹੁੰਦੀ। ਜਿਹੜੀ ਚੀਜ਼ ਬੁੱਧੀ ਦੇ ਵਿੱਚ ਆ ਜੇ, ਦਿਮਾਗ 'ਚ ਆ ਜੇ, ਉਹ ਪਰਮਾਤਮਾ ਨਹੀਂ ਹੁੰਦੀ। ਜਿਹੜੀ ਅਗਮ ਅਗੋਚਰ ਹੋਵੇ ਉਹ ਪਰਮਾਤਮਾ ਹੁੰਦੀ। ਤਾਂ ਦਸਵੇਂ ਪਾਤਸ਼ਾਹ ਕਹਿੰਦੇ, ਅਚਲ ਰੂਪ ਅਨਭਉ ਪ੍ਰਕਾਸ਼ ਅਮਿਤੋਜ। ਮਿਤੀ ਤੋਂ ਰਹਿਤ, ਪ੍ਰਮਾਣ ਤੋਂ ਰਹਿਤ ਉਹਦਾ ਓਜ ਹੈ, ਉਹਦੀ ਤਾਕਤ ਹੈ, ਉਸ ਵਾਹਿਗੁਰੂ ਦੀ। ਤਾਂ ਜਿਹਦੇ ਅੱਗੇ ਸਾਰੇ ਨਿਭਦੇ ਨੇ, ਉਹਦੇ ਨਾਲ ਕਿਤੇ ਜੁੜ ਜਾਵੇਂ ਤਾਂ ਮਹਾਰਾਜ ਕਹਿੰਦੇ ਬੜਾ ਲਾਭ ਹੋਵੇ ਤੈਨੂੰ। ਹਰ ਸੱਜਣ ਦਾਮਨ ਲੱਗਿਆ, ਕਿਸੈ ਨਾ ਦੇਈ ਬੰਨ। ਤੇ ਦੂਸਰਾ ਪਰਮਾਤਮਾ ਦੀ ਇੱਕ ਸਿਫਤ ਆ ਕਿ ਉਹ ਸਰਣ ਸੂਰ ਆ। ਜਿਹੜਾ ਵੀ ਉਹਦਾ ਦਾਮਨ ਫੜ ਲੈਂਦਾ ਹੈ, ਜਿਹੜਾ ਵੀ ਉਹਦੇ ਨਾਮ ਰੂਪੀ ਪੱਲੇ ਨੂੰ ਫੜ ਲੈਂਦਾ ਹੈ, ਸਾਧ ਸੰਗਤ ਰੂਪੀ ਦਾਮਨ ਫੜ ਲੈਂਦਾ ਹੈ, ਉਹਦਾ ਇੱਕ ਗੁਣ ਹੈ ਕਿ ਉਹ ਸਰਣ ਸੂਰ ਹੈ। ਸ਼ਰਨ ਆਏ ਦੀ ਲਾਜ ਰੱਖਦਾ ਹੈ। ਇੱਕ ਵਾਰੀ ਉਹਦੇ ਦਰ ਦਾ ਹੋ ਜੇ ਫਿਰ ਉਹ ਹਿੰਮਤ ਨਹੀਂ ਕਿਸੇ ਦੀ ਭਾਵ ਜੰਮਦੀ। ਉਹ ਕਿਸੇ ਨੂੰ ਆਗਿਆ ਨਹੀਂ ਦਿੰਦਾ ਜਮਦੂਤਾਂ ਨੂੰ ਕਿ ਇਹਨੂੰ ਬੰਨ੍ਹ ਕੇ ਫੜ ਕੇ ਤੁਸੀਂ ਲੈ ਜਾਓ। ਉਹ ਆਗਿਆ ਨਹੀਂ ਦਿੰਦਾ ਕਿਸੇ ਵਕਾਰਾਂ ਨੂੰ, ਕਾਮ ਕ੍ਰੋਧ ਨੂੰ ਕਿ ਇਹਨੂੰ ਬੰਨ੍ਹ ਸਕੋ ਤੁਸੀਂ। ਉਹਦਾ ਸੁਭਾਅ ਹੈ ਕਿ ਸਰਣ ਆਏ ਤਿਸ ਕੰਠ ਲਾਏ। ਇੱਕ ਵਾਰੀ ਉਹਦੇ ਦਰ ਦਾ ਹੋ ਜੇ ਬਸ। ਪਰ ਸੰਸਾਰ ਦਾ ਸੁਭਾਅ ਕੀ ਹੈ?
ਦਿਖਾਉਣ ਦੀ ਲੋੜ ਆ, ਸਾਰਿਆਂ ਨੂੰ ਹੀ ਦਿਖ ਗਿਆ। ਜਿਹੜੇ ਜੱਫੀਆਂ ਪਾ ਪਾ ਮਿਲਦੇ ਸੀ ਉਹ ਦੂਰੋਂ ਹੀ ਕਹਿੰਦੇ ਆ, ਹੱਥ ਜੋੜ ਦਿੰਦੇ। ਤੇ ਜਦੋਂ ਮਹਾਰਾਜ ਨੇ ਪਹਿਲਾਂ ਕਿਹਾ ਸੀ ਹੱਥ ਜੋੜਿਆ ਕਰੋ, ਕੀ ਪਤਾ ਅਗਲੇ ਦੀ ਰਹਿਤ ਕਿੱਦਾਂ ਦੀ, ਕੀ ਪਤਾ ਅਗਲੇ ਦੀ ਕਿਰਿਆ ਕਿੱਦਾਂ ਦੀ, ਸਫਾਈ ਕਿੱਦਾਂ ਦੀ। ਮਹਾਰਾਜ ਨੇ ਕੀ ਆਖਿਆ ਸੀ, ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਤੁਸੀਂ ਹੈਰਾਨ ਹੋ ਜਾਓਗੇ, ਪਰਮਾਤਮਾ ਦਾ ਸੁਭਾਅ ਹੈ, ਵਾਹਿਗੁਰੂ ਦਾ ਸੁਭਾਅ ਹੈ, ਇੱਕ ਵਾਰੀ ਜੁੜ ਜੀਏ ਫਿਰ ਸਾਥ ਨਹੀਂ ਛੱਡਦਾ। ਤੇ ਕਿਸੇ ਨੂੰ ਵੀ ਆਗਿਆ ਨਹੀਂ ਦਿੰਦਾ, ਅਧਿਕਾਰ ਨਹੀਂ ਦਿੰਦਾ ਕਿ ਉਹਦੇ ਪਿਆਰੇ ਵੱਲ ਕੋਈ ਅੱਖ ਚੁੱਕ ਕੇ ਵੀ ਵੇਖ ਜਾਵੇ। ਭਾਵੇਂ ਉਹ ਜਾਮ ਆ, ਭਾਵੇਂ ਉਹ ਦੁੱਖ ਆ, ਭਾਵੇਂ ਉਹ ਰੋਗ ਆ, ਭਾਵੇਂ ਉਹ ਸੋਗ ਆ, ਭਾਵੇਂ ਉਹ ਕਲੇਸ਼ ਆ, ਭਾਵੇਂ ਉਹ ਵਕਾਰ ਆ, ਕਾਮ ਕਰੋ, ਇੱਕ ਵਾਰੀ ਉਹਦੇ ਨਾਲ ਜੁੜ ਜਾ। ਕਿਸੇ ਨਾਲ ਦੇਈ ਬੰਨ, ਕਿਸੇ ਨੂੰ ਆਗਿਆ ਨਹੀਂ ਦਿੰਦਾ ਵੀ ਬੰਨ ਕੇ ਲੈ ਜਾਓ। ਆਪ ਜੀ ਰੋਜ਼ ਕੀਰਤਨ ਸੋਹਿਲੇ ਦੇ ਜਾਪ ਤੋਂ ਪਹਿਲਾਂ ਰੱਖਿਆ ਦੇ ਸ਼ਬਦਾਂ ਵਿੱਚ ਇੱਕ ਸ਼ਬਦ ਅੰਕਿਤ ਕੀਤਾ, ਉਹ ਪੜ੍ਹਦੇ ਹੋਗੇ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ, ਨਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਦੂਤ। ਜਿੱਥੇ ਗੋਬਿੰਦ ਜੀ ਦਾ ਭਜਨ, ਜਿੱਥੇ ਸਾਧ ਸੰਗਤ ਹੁੰਦੀ ਹੋਵੇ, ਜਿੱਥੇ ਕੀਰਤਨ ਹੁੰਦਾ ਹੋਵੇ, ਜਿੱਥੇ ਨਾਮ ਜਪਣ ਵਾਲਾ ਹੋਵੇ, ਧਰਮ ਰਾਜਾ ਜਾਂ ਯਮ ਰਾਜਾ ਆਪਣੇ ਦੂਤਾਂ ਨੂੰ, ਜਮਦੂਤਾਂ ਨੂੰ ਕਹਿੰਦਾ, ਨਾ ਤੁਸੀਂ ਜਾਇਓ ਤੇ ਨਾ ਮੈਂ ਜਾਣਾ, ਉੱਥੇ ਨਹੀਂ ਜਾਣਾ ਹੈ। ਜੇ ਚਲੇ ਗਏ ਤੇ ਪਰਮਾਤਮਾ ਦੀ ਇੱਕ ਪ੍ਰਤਿੱਗਿਆ ਵਾ ਕਿ ਮੈਂ ਨਾ ਤੈਨੂੰ ਛੱਡੂੰਗਾ, ਨਾ ਤੇਰੇ ਸੇਵਕਾਂ ਨੂੰ ਛੱਡੂੰਗਾ। ਇਹ ਗੁਰਬਾਣੀ ਵਿੱਚ ਅੰਕਿਤ ਆ, ਕਿਸੇ ਵੇਦ 'ਚ ਨਹੀਂ, ਕਿਸੇ ਪੁਰਾਣ 'ਚ ਨਹੀਂ, ਕਿਸੇ ਸ਼ਾਸਤਰ 'ਚ ਨਹੀਂ, ਕੁਰਾਨ 'ਚ ਨਹੀਂ, ਪੁਰਾਣ 'ਚ ਨਹੀਂ, ਇਹ ਗੁਰਬਾਣੀ 'ਚ ਲਿਖਿਆ ਹੋਇਆ ਹੈ। ਇਹ ਗੁਰਬਾਣੀ 'ਚ ਪ੍ਰਤਿੱਗਿਆ ਲਿਖੀ ਹੋਈ। ਤਾਂ ਸੱਚੇ ਪਾਤਸ਼ਾਹ ਕੀ ਕਹਿੰਦੇ ਹਨ ਕਿ ਜਿਹੜਾ ਵੀ ਉਹਦੇ ਨਾਲ ਜੁੜ ਜਾਂਦਾ ਹੈ ਤਾਂ ਐਸਾ ਸਰਣ ਸੂਰ ਹੈ, ਸ਼ਰਨ ਆਏ ਦੀ ਲਾਜ ਰੱਖਣ ਵਾਲਾ ਹੈ ਕਿ ਫੇਰ ਕਿਸੇ ਨੂੰ ਵੀ ਅੱਖ ਚੁੱਕ ਕੇ ਉਹਦੇ ਵੱਲ ਵੇਖਣ ਨਹੀਂ ਦਿੰਦਾ। ਮਾਨਕ ਮੋਤੀ ਨਾਮ ਪ੍ਰਭ, ਪੁਨ ਲੱਗੈ ਨਾਹੀ ਸਾਨਾ। ਤਾਂ ਮਹਾਰਾਜ ਕੀ ਕਹਿੰਦੇ ਨੇ ਕਿ ਗੁਰੂ ਕੇ ਪਿਆਰਿਆ, ਉਸ ਪਰਮੇਸ਼ਰ ਦਾ ਜੁੜ ਜਾ। ਇੱਕ ਜਿਹੜਾ ਸਰਬ ਸ਼ਕਤੀਮਾਨ, ਦੂਸਰਾ ਜਿਹੜਾ ਸਰਣ ਸੂਰ ਹੈ, ਹਰ ਸੱਜਣ ਦਾ ਆਵਣ ਲੱਗਿਆ। ਤੇ ਦਾਸ ਦੇਖਦਾ ਪਿਆ ਸੀ, ਗੁਰਬਾਣੀ 3 ਕਾਲ 7 ਹੈ। ਗੁਰਬਾਣੀ ਪਹਿਲਾਂ ਵੀ ਸੱਚੀ ਸੀ, ਹੁਣ ਵੀ ਸੱਚੀ ਹੈ। ਆਉਣ ਵਾਲੇ ਸਮੇਂ 'ਚ ਜਿੰਨੀ ਮਰਜ਼ੀ ਸਾਇੰਸ ਤਰੱਕੀ ਕਰ ਜਾਵੇ, ਪਰ ਗੁਰਬਾਣੀ ਝੂਠੀ ਨਹੀਂ ਹੋਣੀ, ਇਹ ਫੇਰ ਸੱਚੀ ਦੀ ਸੱਚੀ ਹੈ। ਕਿਵੇਂ? ਆਪਾਂ ਸੱਜਣ ਤੇ ਬੜੇ ਬਣਾਏ ਨੇ ਦੁਨੀਆ 'ਚ, ਤੇ ਗੁਰੂ ਗ੍ਰੰਥ ਸਾਹਿਬ 'ਚ ਨਾ ਇੱਕ ਪੰਕਤੀ ਆਉਂਦੀ ਆ ਵੀ ਸੱਜਣ ਉਹ ਆ ਜਿਹੜਾ ਇੱਥੇ ਵੀ ਕੰਮ ਆਵੇ ਤੇ ਅੱਗੇ ਵੀ ਕੰਮ ਆਵੇ, ਪਰਲੋਕ 'ਚ ਵੀ ਕੰਮ ਆਵੇ। ਇੱਕ ਸੱਜਣ ਤੇ ਉਹ ਆ ਨਾ ਜਿਹੜੇ ਇੱਥੇ ਆ, ਜਿਵੇਂ ਪਰਿਵਾਰ ਹੋ ਗਿਆ, ਇੱਕ ਤੇ ਹੋ ਗਏ ਨਾ ਮਿੱਤਰ। ਉਹ ਹੋ ਸਕਦਾ ਪ੍ਰੇਮੀ ਵੀ ਹੋਣ ਤੇ ਹੋ ਸਕਦਾ ਮਤਲਬੀ ਵੀ ਹੋਣ, ਹਰ ਤਰ੍ਹਾਂ ਦੇ ਹੁੰਦੇ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ। ਮਿੱਤਰ ਦੂਰ ਆ, ਮਿੱਤਰਾਂ ਤੋਂ ਨੇੜੇ ਕੀ ਆ? ਫੈਮਿਲੀ, ਪਰਿਵਾਰ। ਉਹਦੇ ਤੋਂ ਨੇੜੇ ਕੌਣ ਆ? ਕੋਈ ਵੀ ਨਹੀਂ। ਪਰ ਗੁਰਬਾਣੀ ਕਹਿੰਦੀ ਹੈ, ਜਿਨ੍ਹਾਂ ਨੂੰ ਤੂੰ ਸੱਜਣ ਬਣਾਇਆ ਹੈ ਨਾ, ਇਹ ਤੈਨੂੰ ਮੈਂ ਦਿਖਾਊਂਗੀ। ਗੁਰਬਾਣੀ ਕਹਿੰਦੀ ਹੈ ਵੀ ਮੈਂ ਤੈਨੂੰ ਦਿਖਾਊਂਗੀ, ਇਹ ਸਭ ਤੇਰਾ ਇੱਕ ਜਗ੍ਹਾ ਸਾਥ ਛੱਡਣਗੇ ਜਦੋਂ ਕਿਸੇ ਦੇ ਸਿਰ ਤੇ ਪਈ। ਪਹਿਲਾਂ ਨਿਭਾਉਣਗੇ, ਪਰ ਜਿੱਦਣ ਆਪਦੀ ਜਾਨ ਤੇ ਪੈ ਗਈ ਨਾ ਵੀ ਇਹਦੇ ਕਰਕੇ ਮੇਰਾ ਮਰਨਾ ਵਾ, ਫਿਰ ਪਛਾਣ ਹੋ ਜਾਣਗੇ। ਉਹ ਤੋਂ ਪਹਿਲਾਂ ਨਿਭਾਉਣਗੇ ਸਭ ਕੁਝ,
ਪਰ ਜਿੱਦਣ ਮੇਰੀ ਜਾਨ ਨੂੰ ਤੂੰ ਖਤਰਾ ਬਣ ਗਿਆ ਫਿਰ ਕੋਈ ਸੱਜਣ ਨਹੀਂ। ਤੇ ਦੇਖ ਲਓ ਫਿਰ ਰਹਿੰਦੇ ਵੀ ਘਰ 'ਚ ਇਕੱਠੇ ਆ ਤੇ ਰੱਖੇ ਵੀ ਵੱਖੋ ਵੱਖਰੇ, ਹੈ ਵੀ ਇਕੱਠੇ ਹੈ ਵੀ ਵੱਖਰੇ, ਲਾਗੇ ਵੀ ਨਹੀਂ ਜਾਣਾ। ਉਹੋ ਹੀ ਪੁੱਤ ਆ, ਉਹੋ ਹੀ ਧੀ ਆ, ਉਹੋ ਹੀ ਮਾਂ ਵਾ, ਉਹੋ ਹੀ ਪਿਓ ਆ, ਉਹੋ ਹੀ ਭਰਾ ਵਾ। ਅਗਲਿਆਂ ਸਿੱਧਾ ਰਿਸ਼ਤੇਦਾਰਾਂ ਨੂੰ ਮੈਸੇਜ ਕਰਤਾ ਵੀ ਘਰ ਨਾ ਵੜਿਓ, ਬੇਇੱਜ਼ਤੀ ਤੇ ਤੁਸੀਂ ਜ਼ਿੰਮੇਵਾਰ ਹੋਗੇ ਜੇ ਅਸੀਂ ਨਾ ਵਾੜਿਆ ਤੇ। ਗੱਲ ਆ ਗਈ ਨਾ ਇੱਥੋਂ ਤੱਕ। ਗੁਰਬਾਣੀ ਨੇ ਅੱਜ ਸਾਰੀ ਦੁਨੀਆ ਨੂੰ ਸਾਹਮਣੇ ਵਿਖਾਤਾ ਕਿ ਸੱਜਣਾ ਇਹ ਸੱਜਣ ਨਹੀਂ ਜਿਹੜੀਆਂ ਕੁਝ ਮੌਤਾਂ ਹੋਈਆਂ, ਮਹਾਰਾਜ ਕਿਰਪਾ ਕਰੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਕਰੋਨਾ ਵਾਇਰਸ ਜਿਹੜੀਆਂ ਮੌਤਾਂ ਹੋਈਆਂ, ਗੁਰੂ ਕਿਰਪਾ ਕਰੇ, ਵਾਹਿਗੁਰੂ ਕਿਰਪਾ ਕਰੇ, ਆਪਣੇ ਦਰ ਤੇ ਉਹਨਾਂ ਨੂੰ ਜਗ੍ਹਾ ਦੇਵੇ, ਪਿੱਛੇ ਪਰਿਵਾਰ ਨੂੰ ਤਾਕਤ ਦੇਵੇ। ਉਹਨਾਂ ਦਾ ਘਾਟਾ ਪੂਰਾ ਨਹੀਂ ਹੋਣਾ, ਨਾ ਕਿਸੇ ਤੋਂ ਕਰਿਆ ਜਾਣਾ। ਪਰ ਉਹ ਸੱਜਣ ਜਿਹੜੀ ਮੌਤ ਇਸ ਬਿਮਾਰੀ ਨਾਲ ਹੋ ਗਈ, ਉਹਦੇ ਸੰਸਕਾਰ ਤੇ ਕੋਈ ਵੀ ਨਹੀਂ ਜਾ ਸਕਦਾ। ਤੇ ਗੁਰਬਾਣੀ ਨੇ ਦੱਸਿਆ ਸੀ ਇਹਨਾਂ ਤੈਨੂੰ ਜਿਉਂਦੇ ਛੱਡਣਾ ਵਾ। ਅਸੀਂ ਕਹਿੰਦੇ ਸੀ ਐਵੇਂ ਮਾਰੀ ਜਾਂਦੇ ਆ ਸਾਧ, ਐਵੇਂ ਜੋ ਆਉਂਦਾ ਲਿਖ ਦਿੰਦੇ, ਜੋ ਆਉਂਦਾ ਉਚਾਰ ਦਿੰਦੇ। ਇਹ ਕਦੋਂ ਬਈ, ਇਹ ਤਾਂ ਮੇਰਾ ਪਰਿਵਾਰ ਆ। ਅੱਜ ਰੱਬ ਨੇ ਸਾਰੀ ਦੁਨੀਆ ਨੂੰ ਵਿਖਾਤਾ ਇਹੋ ਜੀ ਨਾ ਮੁਰਾਦ ਬਿਮਾਰੀ ਚਿੰਬੜ ਗਈ ਤੇ ਟੱਬਰ ਵੀ ਨਹੀਂ ਤੇਰੇ ਸੰਸਕਾਰ ਤੇ ਹੱਥ ਲਾਉਣ ਨੂੰ ਵੀ ਨਹੀਂ ਜਾਣਾ, ਨਾ ਹੀ ਅਗਲਿਆਂ ਲੱਗਣ ਵੀ ਦੇਣਾ। ਜਿੱਥੇ ਹੋਣਗੇ ਸਿਸਟਮ ਥੋੜ੍ਹੇ ਬਹੁਤੇ ਉੱਥੇ ਭਾਵੇਂ ਨੇੜੇ ਚਲੇ ਗਏ ਹੁਣ, ਨਹੀਂ ਤੇ ਮੁਸ਼ਕਲ ਗੱਲ ਹੈ, ਖਤਰਾ ਹੈ ਦੂਸਰਿਆਂ ਨੂੰ। ਤਾਂ ਗੁਰਬਾਣੀ 3 ਕਾਲ 7 ਹੈ। ਇਹ ਭੁਲੇਖਾ ਕੱਢ ਦਿਓ ਵੀ ਪਹਿਲਾਂ ਸੱਚੀ ਹੋਊਗੀ, ਹੁਣ ਨਹੀਂ ਲਾਗੂ ਹੁੰਦੀ। ਹੁਣ ਸਾਇੰਸ ਨੇ ਤਰੱਕੀ ਕਰ ਲਈ, ਹੁਣ ਲਾਗੂ ਹੁੰਦੀ ਆ, ਗਾਂ ਨਹੀਂ ਹੋਣੀ, ਗਾਂ ਸਾਇੰਸ ਨੇ ਜ਼ਿਆਦਾ ਤਰੱਕੀ ਕਰ ਲੈਣੀ। ਨਹੀਂ, ਗੁਰਬਾਣੀ ਕੀ ਕਹਿੰਦੀ ਆ? ਸੱਜਣ ਕੌਣ ਆ? ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ। ਸੱਜਣ ਕੌਣ ਹੈ? ਜਿਹੜਾ ਲੋਕ ਪ੍ਰਲੋਕ 'ਚ ਮੇਰੀ ਬਾਂਹ ਫੜੇ। ਤਾਂ ਐਸਾ ਸੱਜਣ ਕੌਣ ਹੈ? ਵਾਹਿਗੁਰੂ ਪਰਮੇਸ਼ਰ, ਗੁਰੂ ਕੀ ਬਾਣੀ, ਨਾਮ, ਸੇਵਾ, ਸਿਮਰਨ। ਤਾਂ ਮਹਾਰਾਜ ਕਹਿੰਦੇ ਫਿਰ ਨਾਮ ਦੀ ਕਮਾਈ ਕਰ, ਬਾਕੀ ਸਭ ਛੱਡ ਜਾਣਗੇ। ਸੇਵਾ ਕਰ, ਇਹਨਾਂ ਤੈਨੂੰ ਛੱਡਣਾ ਨਹੀਂ। ਤਾਂ ਮਹਾਰਾਜ ਨੂੰ ਪੁੱਛਿਆ ਜੀ ਕਿੱਦਾਂ? ਤਾਂ ਫਿਰ ਸਤਿਗੁਰੂ ਕਹਿੰਦੇ ਹਨ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ। ਪਰਮਾਤਮਾ ਦਾ ਨਾਮ, ਮਾਣਕ ਮੋਤੀ, ਇਹ ਬੜੀਆਂ ਮਹਿੰਗੀਆਂ ਚੀਜ਼ਾਂ ਨੇ, ਹੀਰੇ ਮੋਤੀ ਗਹਿਣੇ। ਪਰ ਵਾਹਿਗੁਰੂ ਦੇ ਪਿਆਰਿਆਂ ਵਾਸਤੇ ਸਭ ਤੋਂ ਬਹੁਮੁੱਲੀ ਚੀਜ਼, ਮਹਿੰਗੀ ਚੀਜ਼ ਰੱਬ ਦਾ ਨਾਮ ਹੈ। ਸਾਡੇ ਵਾਸਤੇ ਕੀ ਆ? ਮਾਣਕ ਮੋਤੀ, ਹੀਰੇ ਮੋਤੀ, ਸੋਨਾ ਚਾਂਦੀ, ਇਹ ਸਭ ਤੋਂ ਅਹਿਮੀਅਤ ਰੱਖਦੇ ਸਾਡੀ ਜ਼ਿੰਦਗੀ 'ਚ। ਪਰ ਵਾਹਿਗੁਰੂ ਦੇ ਪਿਆਰੇ ਵਾਸਤੇ ਨਾਮ ਹੀ ਜਿਹੜਾ ਵਾ ਉਹ ਹੀਰੇ ਮੋਤੀਆਂ ਦੇ ਤੁੱਲ ਮਹਿੰਗਾ ਹੈ ਤੇ ਅਹਿਮੀਅਤ ਰੱਖਣ ਵਾਲਾ ਹੈ। ਤੇ ਇਸ ਨਾਮ ਦੀ ਇੱਕ ਖਾਸੀਅਤ ਆ ਕਿ ਜਿਹੜਾ ਦੁਨਿਆਵੀ ਧਨ ਆ ਨਾ, ਇਹ ਚੋਰੀ ਹੋਣ ਦਾ ਡਰ ਹੈ। ਪੈਸਾ ਪਿਆ ਵਾ ਤੇ ਸਮਝੋ ਸਿਆਪਾ ਆਇਆ ਹੀ ਖੜਿਆ, ਅੱਜ ਨਾ ਕੱਲ ਆਉਣਾ ਹੀ ਆਉਣਾ ਹੈ। ਮਾਇਆ ਪਈ ਆ, ਸਿਆਪਾ ਪਿਆ ਹੀ ਖੜਾ ਹੈ। ਜਿੱਥੇ ਮਾਇਆ ਹੈ ਨਹੀਂ ਉੱਥੇ ਚੀਕਾਂ ਨਿਕਲਦੀਆਂ। ਗੁਰਬਾਣੀ ਕਹਿੰਦੀ ਹੈ ਦੁਖੀ ਆ, ਜਿੱਥੇ ਹੈਗੀ ਆ ਉਹ ਵੀ ਦੁਖੀ ਆ। ਜੇ ਪੁੱਛੀਏ ਜੀ ਉਹ ਕਿਉਂ ਦੁਖੀ ਹੈ? ਉਹਨੂੰ ਸਾਂਭਣ ਦੀ ਟੈਨਸ਼ਨ ਪਈ ਵੀ ਹੁਣ ਇਹ ਚਲਿਆ ਨਾ ਜਾਵੇ। ਜਦੋਂ ਕੋਈ ਮੰਗਦਾ ਤੇ ਸਿੱਧਾ ਛਾਤੀ ਨੂੰ, ਦਿਲ ਨੂੰ ਹੱਥ ਪੈ ਜਾਂਦਾ, ਆਂਦਰਾਂ ਨੂੰ ਜਾਨ ਨਿਕਲਦੀ, ਇਹਨੇ ਕਿੱਥੋਂ ਪੈਸੇ ਮੰਗ ਲਏ, ਦੇਣੇ ਪੈਣੇ ਹੁਣ ਮੈਨੂੰ ਇਹਨੂੰ। ਪਰ ਇੱਕ ਨਾਮ ਰੂਪੀ ਧਨ, ਇੱਕ ਨਾਮ ਰੂਪੀ ਪੈਸਾ ਵਾ, ਇਹ ਚੋਰੀ ਨਹੀਂ ਹੁੰਦਾ, ਇਹਨੂੰ ਕੋਈ ਲਿਜਾ ਨਹੀਂ ਸਕਦਾ, ਇਹਦੇ 'ਚ ਠੱਗੀ ਨਹੀਂ ਵੱਜਦੀ, ਇਹ 'ਤੇ ਟੈਕਸ ਨਹੀਂ ਲੱਗਦਾ।
ਦੁਨਿਆਵੀ ਪੈਸੇ 'ਚ ਕੁਝ ਖਾਮੀਆਂ ਵਾ, ਹੈ ਉਹ ਵੀ ਪੈਸਾ। ਤਾਂ ਇੱਥੇ ਬਰਾਬਰਤਾ ਵੀ ਹੋ ਸਕਦੀ ਨਾ, ਨਾਮ ਵੀ ਧਨ ਆ, ਮਾਇਆ ਵੀ ਧਨ। ਕਹਿੰਦੇ ਕੁਝ ਫਰਕ ਹੈ। ਦੁਨਿਆਵੀ ਧਨ ਚੋਰੀ ਹੋ ਸਕਦਾ, ਟੈਕਸ ਲੱਗ ਸਕਦਾ ਹੈ, ਨੁਕਸਾਨ ਹੋ ਸਕਦਾ, ਪਰ ਨਾਮ ਰੂਪੀ ਧਨ ਨਾ ਚੋਰੀ ਹੁੰਦਾ ਹੈ, ਨਾ ਟੈਕਸ ਲੱਗਦਾ ਹੈ, ਨਾ ਖਤਮ ਹੁੰਦਾ ਹੈ, ਤੇ ਜਿੰਨਾ ਵਰਤੀਏ ਓਨਾ ਵੱਧਦਾ ਹੈ। ਦੁਨਿਆਵੀ ਪੈਸਾ ਹੈ 50 ਰੁਪਈਏ ਨੇ, 10 ਦੀ ਚੀਜ਼ ਲੈ ਲਈ, ਘਟ ਗਏ 40 ਰਹਿ ਗਏ, 20 ਦੀ ਲੈ ਲਈ 20 ਰਹਿ ਗਏ, 10 ਦੀ ਲੈ ਲਈ 10, ਮੁੱਕਦੇ ਹੀ ਜਾਂਦੇ। ਜਿੱਦਾਂ ਵਰਤਦੇ ਜਾਓ ਮੁੱਕੀ ਜਾਂਦੇ ਆ। ਨਾਮ ਰੂਪੀ ਧਨ ਕਿੱਦਾਂ ਦਾ, ਜਿੰਨਾ ਵਰਤੋਗੇ ਓਨਾ ਹੀ ਵੱਧਦਾ ਜਾਂਦਾ ਹੈ। ਤੇ ਵਰਤਣਾ ਕੀ ਆ? ਜਪਣਾ। ਵਰਤਣਾ ਕੀ ਆ? ਜਪਾਉਣਾ। ਜਿੰਨਾ ਜਪਦੇ ਰਹੋ, ਜਪਾਉਂਦੇ ਰਹੋ, ਓਨਾ ਹੀ ਵੱਧਦਾ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਕਿ ਗੁਰੂ ਕੇ ਪਿਆਰਿਓ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਇਹੋ ਧਨ ਅਖੁੱਟ, ਨਾ ਨਖੁੱਟੇ ਨਾ ਜਾਏ। ਫਿਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਏਕੋ ਨਿਹਚਲ ਨਾਮ ਧਨ, ਹੋਰ ਧਨ ਆਵੇ ਜਾਏ। ਇਸ ਧਨ ਕੋ ਤਸਕਰ ਜੋਹੇ ਨਾ ਸਕੇ। ਇਸ ਨਾਮ ਰੂਪੀ ਧਨ ਨੂੰ ਤਾਂ ਅੱਖ ਚੁੱਕ ਕੇ ਵੀ ਨਹੀਂ ਕੋਈ ਵੇਖ ਸਕਦਾ। ਐਸਾ ਨਾਮ ਰੂਪੀ ਧਨ। ਤਾਂ ਸ਼ੁਭ ਗੁਣਾਂ ਨੂੰ ਕਦੀ ਵੀ ਸੰਨ ਨਹੀਂ ਲੱਗਦੀ। ਮਹਾਰਾਜ ਕਹਿੰਦੇ ਦੂਰ ਨਹੀਂ ਹੁੰਦੇ ਹਨ। ਰੰਗ ਸਭੇ ਨਾਰਾਇਣ, ਜੀਤੇ ਮਨ ਪਾਵਨ। ਜਿੰਨੇ ਵੀ ਰੰਗ ਨੇ, ਨਾਮ ਜਪਣ ਵਾਲੇ ਦੀ ਐਸੀ ਦ੍ਰਿਸ਼ਟੀ ਬਣ ਜਾਂਦੀ ਹੈ, ਉਹਨੂੰ ਸਾਰੇ ਹੀ ਆਨੰਦਾਂ ਦੇ ਵਿੱਚੋਂ, ਰੰਗਾਂ ਦੇ ਵਿੱਚੋਂ ਪਰਮੇਸ਼ਰ ਹੀ ਭਾਸਦਾ। ਆਪ ਜੀ ਗੁਰਬਾਣੀ ਦੇ ਕਿਤੇ ਸ਼ਬਦ ਪੜ੍ਹ ਕੇ ਦੇਖੋ, ਮਨ ਰਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ। ਜਿਸ ਦਾ ਮਨ ਵਾਹਿਗੁਰੂ ਦੇ ਰੰਗ 'ਚ ਰੰਗਿਆ ਗਿਆ, ਉਹਦੇ ਵਾਸਤੇ ਇਹੀ ਭੋਜਨ ਤੇ ਪੁਸ਼ਾਕਾਂ ਨੇ। ਜੋੜੇ ਮੈਨੇ ਪੁਸ਼ਾਕਾਂ, ਵਧੀਆ ਖਾਣੇ ਖਾਣੇ ਤੇ ਮਹਿੰਗੇ ਤੋਂ ਮਹਿੰਗੇ ਕੱਪੜੇ ਪਾਉਣੇ, ਇਹੀ ਪੁਸ਼ਾਕਾਂ ਉਹਦੇ ਵਾਸਤੇ ਕਿ ਮਨ ਜਦੋਂ ਰੰਗਿਆ ਜਾਵੇ। ਪ੍ਰੀਤ ਲੱਗੀ ਹਰ ਨਾਮ ਸਿਉ, ਇਹ ਹਸਤੀ ਘੋੜੇ। ਵਧੀਆ ਸਵਾਰੀਆਂ ਤੇ ਚੜ੍ਹਨਾ ਉਹਦੇ ਵਾਸਤੇ ਪ੍ਰਭੂ ਦੇ ਨਾਮ ਦੀ ਪ੍ਰੀਤੀ ਹੈ, ਉਹਦੇ ਅੱਗੇ ਇਹ ਕੁਝ ਵੀ ਨਹੀਂ। ਫਿਰ ਰਾਜ, ਮਿਲਕ, ਸਿਕਦਾਰੀਆਂ, ਇਹ ਬਾਦਸ਼ਾਹੀਆਂ, ਇਹ ਚੌਧਰਤਾ ਜੋ ਵੀ ਹੈ, ਇਹ ਕੁਰਸੀਆਂ, ਉਹਦੇ ਵਾਸਤੇ ਕੀ ਹੈ? ਧਿਆਏ ਮੁਖ ਨਾ ਮੋੜੇ। ਜਦੋਂ ਉਹਦਾ ਮਨ ਅੱਕਦਾ ਨਹੀਂ, ਟੁੱਟਦਾ ਨਹੀਂ ਨਾਮ ਜਪਦਿਆਂ, ਉਹਦੇ ਵਾਸਤੇ ਇਹੀ ਹੈ ਸਭ ਕੁਝ। ਤਾਂ ਸੱਚੇ ਪਾਤਸ਼ਾਹ ਕੀ ਕਹਿੰਦੇ ਹਨ? ਜਿਹੜੇ ਨਾਮ ਜਪਣ ਲੱਗ ਪੈਂਦੇ, ਉਹਨਾਂ ਦੀ ਨਿਗਾਹ ਦੇ ਵਿੱਚ ਰੰਗ ਸਭੇ ਨਾਰਾਇਣ। ਵਾਹਿਗੁਰੂ ਦੇ ਨਾਮ ਦੇ ਵਿੱਚ ਸਾਰੇ ਹੀ ਆਨੰਦ ਆ ਜਾਂਦੇ ਹਨ। ਜਿੰਨੇ ਵੀ ਮਨ ਨੂੰ ਭਾਉਂਦੇ ਨੇ, ਉਹਨਾਂ ਤੇ ਐਸੀ ਕਿਰਪਾ ਹੋ ਜਾਂਦੀ ਹੈ ਕਿ ਨਾਮ ਵਿੱਚ ਹੀ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਤੇ ਉਹਨਾਂ ਦੀ ਨਿਗਾਹ ਵਿੱਚ ਸਰਵ ਸ਼ਕਤੀਮਾਨ ਪਰਮਾਤਮਾ ਹੀ ਹੈ। ਐਸੀ ਉੱਚੀ ਦ੍ਰਿਸ਼ਟੀ ਬਣ ਜਾਂਦੀ ਹੈ ਕਿ ਵਾਹਿਗੁਰੂ ਜੋ ਚਾਹੁੰਦਾ ਹੈ ਉਹ ਕਰਦਾ ਹੈ ਤੇ ਕਰ ਸਕਦਾ ਹੈ। ਤੇ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਜੀਵ, ਉਹ ਵੀ ਉਹੀ ਹੀ ਕਰਦੇ ਨੇ ਜੋ ਵਾਹਿਗੁਰੂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਉਹਨਾਂ ਦੀ ਅਵਸਥਾ ਭਾਣੇ 'ਚ ਪਰਪੱਕ ਹੋ ਜਾਂਦੀ ਹੈ। ਆਪਾਂ ਪੜ੍ਹਦੇ ਹਾਂ ਰੋਜ਼, ਜੋ ਤੁਧ ਭਾਵੈ ਸਾਈ ਭਲੀ ਕਰ। ਜੋ ਵੀ ਤੈਨੂੰ ਚੰਗਾ ਲੱਗਦਾ ਹੈ। ਆਪਾਂ ਤਾਂ ਕਹਿੰਦੇ ਨਾ ਇਹ ਨਹੀਂ ਮੈਨੂੰ ਚੰਗਾ ਲੱਗਦਾ,
ਪਰ ਪ੍ਰਮਾਤਮਾ ਜੋ ਕਰੇ ਪ੍ਰਮਾਤਮਾ ਦੇ ਪਿਆਰਿਆਂ ਨੂੰ ਚੰਗਾ ਲੱਗਦਾ ਹੈ। ਸਾਨੂੰ ਸਿਰਫ ਸੁੱਖ ਚੰਗਾ ਲੱਗਦਾ ਹੈ, ਦੁੱਖ ਨਹੀਂ ਚੰਗਾ ਲੱਗਦਾ ਹੈ। ਉਹਨਾਂ ਵਾਸਤੇ ਸਭ ਕੁਝ ਹੀ ਭਲੀ ਕਾਰ ਹੈ। ਜਾਂ ਕਿਤੇ ਕਿਤੇ ਗੁਰਬਾਣੀ ਦੇ ਵਿੱਚ ਇਹੋ ਜਿਹੇ ਬਚਨ ਬੜੇ ਉੱਚੇ ਕੀਮਤੀ ਵਿਚਾਰ ਆਉਣਗੇ ਜਿਹੜੇ ਮਨ ਨੂੰ ਢਹਿੰਦੀ ਕਲਾ 'ਚ ਚੁੱਕ ਕੇ ਚੜ੍ਹਦੀ ਕਲਾ 'ਚ ਲੈ ਜਾਂਦੇ। ਆ ਕਰੋਨਾ ਵਾਇਰਸ ਜਿਹੜੀ ਬਿਮਾਰੀ ਚੱਲਦੀ ਪਈ ਹੈ, ਮਹਾਂਮਾਰੀ, ਸਾਰੀ ਦੁਨੀਆ ਡਰ ਗਈ ਹੈ। ਪਰ ਮੇਰੀ ਆਪਣੀ ਥਿੰਕਿੰਗ ਆ ਕਿ ਜਿਹੜੇ ਗੁਰੂ ਕੇ ਪਿਆਰੇ ਹੋਣਗੇ ਉਹਨਾਂ ਨੂੰ ਇਹਦੇ ਵਿੱਚੋਂ ਵੀ ਲਾਭ ਮਿਲੇਗਾ। ਜਿਨ੍ਹੇ ਸੰਥਿਆ ਨਹੀਂ ਕੀਤੀ ਉਹ ਘਰੇ ਬਹਿ ਕੇ ਸੰਥਿਆ ਕਰੂਗਾ। 3 ਮਹੀਨੇ ਹੋ ਗਏ ਬੈਠੇ ਤੇ ਹੈਗੇ ਹੀ ਆ ਵਿਹਲੇ। ਜਿਹਨੂੰ ਜਪਜੀ ਸਾਹਿਬ ਜ਼ਬਾਨੀ ਚੇਤੇ ਨਹੀਂ ਉਹ ਜ਼ਬਾਨੀ ਚੇਤੇ ਕਰ ਲੂਗਾ। ਕੋਈ ਸੰਥਿਆ ਕਰੇ, ਕੋਈ ਸਹਿਜ ਪਾਠ ਕਰੇ, ਕੋਈ ਨਿਤਨੇਮ ਜ਼ਬਾਨੀ ਚੇਤੇ ਕਰੇ, ਕੋਈ ਕੀਰਤਨ ਸਿੱਖੇ, ਲਾਭ ਲਵੇ। ਇਹ ਤਾਂ ਨਾ ਇੱਕ ਚਪੇੜ ਆ ਰੱਬ ਦੀ। ਜਿਵੇਂ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਵੀ ਕਾਕਾ ਜਦੋਂ ਰੱਬ ਮਾਰਦਾ ਨਾ ਪਤਾ ਨਹੀਂ ਲੱਗਦਾ ਪਰ ਚੀਕਾਂ ਬੜੀਆਂ ਨਿਕਲਦੀਆਂ। ਰੱਬ ਦੀ ਮਾਰ ਦਿਖਦੀ ਨਹੀਂ ਹੁੰਦੀ ਜਦੋਂ ਮਾਰਦਾ ਹੈ। ਉਹ ਗੱਲਾਂ ਅੱਜ ਬਜ਼ੁਰਗਾਂ ਦੀਆਂ ਤੁਸੀਂ ਦੇਖ ਰਹੋ ਵੀ ਸੱਚ ਹੁੰਦੀਆਂ ਜਾਪਦੀਆਂ ਨੇ। ਗੁਰੂ ਕਿਰਪਾ ਕਰੇ, ਗੁਰੂ ਮਿਹਰ ਕਰੇ, ਗੁਰੂ ਤਰਸ ਕਰੇ, ਇਹਦੇ ਵਿੱਚੋਂ ਵੀ ਕੁਝ ਲਾਭ ਮਿਲ ਜੇ। ਵੀ ਬਹਿਣਾ ਤੇ ਹੈ ਹੀ ਆ, ਘਰੇ ਬੈਠੇ ਹੀ ਹੋ, ਟੀਵੀ ਵੇਖਦੇ ਰਹਿੰਦੇ, ਪਹਿਲਾਂ ਨਹੀਂ ਸੀ ਵੇਖਿਆ। ਇਹਦੇ ਨਾਲੋਂ ਕੋਈ ਕਥਾ ਕਰੇ, ਕੀਰਤਨ ਸਿੱਖ ਲੇ, ਨਿਤਨੇਮ ਸਿੱਖ ਲੇ, ਕੀਰਤਨ ਸਿੱਖ ਲੇ, ਗੁਰਬਾਣੀ ਕੰਠ ਕਰ ਲਵੇ ਤੇ ਹੱਸ ਕੇ ਬਾਅਦ ਦੱਸਿਓ ਜਦੋਂ ਕੋਈ ਕਹੂਗਾ ਕਰੋਨਾ ਵਾਇਰਸ ਨੇ ਮੇਰਾ ਇੰਨਾ ਨੁਕਸਾਨ ਕੀਤਾ, ਤਾਂ ਤੁਸੀਂ ਵੀ ਕਿਉਂ ਵੀ ਦੁਨਿਆਵੀ ਤੌਰ ਤੇ ਪੈਸਿਆਂ ਦਾ ਸਾਨੂੰ ਵੀ ਘਾਟਾ ਪਿਆ ਪਰ ਸਾਨੂੰ ਫਾਇਦਾ ਵੀ ਕਰ ਗਿਆ। ਉਹ ਪੁੱਛੋ ਕੀ? ਮੈਂ ਜ਼ਬਾਨੀ ਸੁਖਮਣੀ ਸਾਹਿਬ ਚੇਤੇ ਕਰ ਲਿਆ। 3 ਮਹੀਨੇ ਬੈਠੇ ਘਰੇ ਵਿਹਲੇ, ਕੰਮ ਤੇ ਕੋਈ ਹੈ ਨਹੀਂ। ਤਾਂ ਸੱਚੇ ਪਾਤਸ਼ਾਹ ਕੀ ਕਹਿੰਦੇ ਹਨ ਵੀ ਉਹ ਗੁਰੂ ਕੇ ਪਿਆਰੇ ਐਸੀ ਉਹਨਾਂ ਦੀ ਭਾਣੇ 'ਚ ਦ੍ਰਿਸ਼ਟੀ ਪੱਕ ਜਾਂਦੀ, ਵਿਸ਼ਵਾਸ ਪੱਕ ਜਾਂਦਾ। ਉਹ ਕਹਿੰਦੇ ਰੱਬ ਕਦੀ ਮਾੜਾ ਕਰ ਹੀ ਨਹੀਂ ਸਕਦਾ। ਮਾੜਾ ਬੰਦੇ ਕਰਕੇ ਹੁੰਦਾ ਹੈ, ਪਰਮਾਤਮਾ ਕਰਕੇ ਕਦੀ ਨਹੀਂ ਹੁੰਦਾ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਉਹ ਜੋ ਚਾਹੁੰਦਾ ਕਰਦਾ, ਉਹੀ ਜੀਵ ਕਰਦੇ। ਤੇ ਜੋ ਕਰਦਾ ਜੋ ਤੁਧ ਭਾਵੈ, ਉਹ ਭਲਾ ਹੀ ਕਰਦਾ, ਸਾਈ ਭਲੀ ਕਾ। ਤੂੰ ਸਦਾ ਸਲਾਮਤ ਨਿਰੰਕਾਰ। ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਨਾਮ ਜਪਣ ਵਾਲਿਆਂ ਦੀ। ਜੋ ਪ੍ਰਭ ਕੀਤੇ ਆਪਣੇ ਸੇ ਕਹੀਐ ਧਨ। ਤੇ ਜਿਨ੍ਹਾਂ ਨੂੰ ਐਸੀ ਬਰਕਤ ਨਾਮ ਜਪਣ ਦੀ, ਸੇਵਾ ਕਰਨ ਦੀ, ਸਿਮਰਨ ਕਰਨ ਦੀ ਦੇ ਦਿੰਦਾ ਹੈ, ਇਸ ਬਰਕਤ ਦੇ ਨਾਲ ਆਪਣੇ ਬਣਾ ਲੈਂਦਾ ਹੈ, ਆਪਣੇ ਨਾਲ ਜੋੜ ਲੈਂਦਾ ਹੈ। ਸੇ ਕਹੀਐ ਧਨ। ਧਨ ਦਾ ਅਰਥ ਕੀ ਹੁੰਦਾ? ਉਸਤਤ। ਉਹ ਗੁਰੂ ਕੇ ਪਿਆਰੇ ਉਸਤਤ ਯੋਗ ਹੋ ਜਾਂਦੇ ਆ। ਇੱਕ ਸਵਾਲ ਜਿਹਾ ਉੱਠਦਾ ਨਾ ਜੀ, ਤੁਸੀਂ ਸੰਤਾਂ ਦੀਆਂ ਤਸਵੀਰਾਂ ਲਾਉਂਦੇ, ਇਹ ਦੇਹਧਾਰੀ ਪੂਜਾ ਨਹੀਂ, ਇਹ ਮੂਰਤੀ ਪੂਜਾ ਨਹੀਂ। ਪਰ ਇੱਥੇ ਗੁਰਬਾਣੀ ਜਵਾਬ ਦਿੰਦੀ ਜੀ ਤੁਸੀਂ ਨਾਮ ਜਪਣ ਵਾਲੇ ਗੁਰਸਿੱਖਾਂ ਨੂੰ ਸਿੰਘ ਸਾਹਿਬ, ਭਾਈ ਸਾਹਿਬ, ਸੰਤ ਜੀ, ਭਗਤ ਜੀ, ਗਿਆਨੀ ਜੀ, ਬੜਾ ਕੁਝ ਕਹਿੰਦੇ, ਮਹਾਂਪੁਰਖ ਕਹਿ ਦਿੰਦੇ। ਗੁਰਬਾਣੀ ਇੱਥੇ ਕਹਿ ਰਹੀ ਆ ਵੀ ਜਿਹਨੂੰ ਰੱਬ ਨੇ ਆਪਣਾ ਬਣਾ ਲਿਆ ਉਹ ਧਨਤਾ ਯੋਗ ਮੈਨੇ ਉਸਤਤ ਯੋਗ ਆ। ਧਨ ਦਾ ਅਰਥ ਕੀ ਹੋਇਆ? ਉਸਤਤ ਯੋਗ। ਧਨ ਹੈ, ਉਸਤਤ ਯੋਗ ਹੈ। ਤੇ ਗੁਰਬਾਣੀ ਨੇ ਕੀਤੀ ਵੀ ਹੈ। ਧਨ 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 ਜਾਨੇ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ।
ਉਹ ਗੁਰੂ ਕੇ ਪਿਆਰੇ ਵੀ ਉਸਤਤਯੋਗ ਹੋ ਜਾਂਦੇ। ਐਵੇਂ ਨਹੀਂ ਸੰਤਾਂ ਦੀਆਂ ਤਸਵੀਰਾਂ ਘਰ ਘਰ ਲੱਗੀਆਂ, ਹਰ ਮੋਬਾਈਲ 'ਚ ਲੱਗੀਆਂ, ਹਰ ਫੋਨ 'ਚ ਲੱਗੀਆਂ, ਸਿੱਖਾਂ ਦੇ ਦਿਲ 'ਚ ਲੱਗੀਆਂ। ਜਿਹਨੂੰ ਰੱਬ ਨੇ ਆਪਣਾ ਬਣਾ ਲਿਆ, ਸਾਰਾ ਸੰਸਾਰ ਉਹਦਾ ਬਣ ਜਾਂਦਾ ਹੈ। ਤਾਂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪਨ ਲਿਆ ਜੇ ਮਿਲੈ ਵਿਛੜ ਕਿਉ ਰੋਵਾਨਾ। ਪਰ ਜੇ ਕੋਈ ਹਉਮੈ ਕਰੇ ਨਾ, ਹੰਕਾਰ ਕਰੇ ਵੀ ਮੈਂ ਆਪਣੀ ਮਿਹਨਤ ਨਾਲ ਰੱਬ ਨੂੰ ਮਿਲ ਲਵਾਂਗਾ, ਆਪਨ ਲਿਆ ਜੇ ਮਿਲੇ, ਆਪਣੀ ਮਿਹਨਤ ਦੁਆਰਾ ਜੇ ਉਹ ਮਿਲਦਾ ਹੋਵੇ, ਹਉਮੈ ਦੁਆਰਾ, ਹੰਗਤਾ ਦੁਆਰਾ ਜਾਂ ਆਪਣੇ ਹੱਠ ਦੁਆਰਾ, ਬਿਨਾਂ ਗੁਰੂ ਦੀ ਸਿੱਖਿਆ ਤੋਂ, ਗੁਰੂ ਦੀ ਸਿੱਖਿਆ ਤੇ ਚੱਲੇ ਨਾ, ਆਪਦੇ ਹੱਠ ਆਪਦੀ ਜਿੱਦ ਨਾ ਕਰੀ ਜਾਵੇ। ਜਿਵੇਂ ਭਾਈ ਬਾਲੇ ਦੀ ਜਨਮ ਸਾਖੀ 'ਚ ਇੱਕ ਬੜੀ ਸੋਹਣੀ ਸਾਖੀ ਅੰਕਿਤ ਕੀਤੀ ਮਹਾਰਾਜ ਦੀ। ਰਾਜੇ ਜਨਕ ਦਾ ਜ਼ਿਕਰ ਆਉਂਦਾ ਹੈ। ਜਨਕ ਸਾਹਿਬ ਸੈਰ ਕਰਨ ਜਾਂਦੇ ਨੇ, ਵਿਦੇਹੀ ਜਨਕ, ਬ੍ਰਹਮ ਗਿਆਨੀ ਜਨਕ। ਤਾਂ ਮਹਾਰਾਜ ਜੀ ਜਦੋਂ ਸੈਰ ਕਰ ਜਾਂਦੇ, ਉਹ ਦੇਖਦੇ ਕਿ ਬਾਹਰ ਇੱਕ ਸੱਜਣ ਨਦੀ 'ਚ ਖਲੋਤਾ ਹੈ। ਹੁਣ ਇਹ ਗਿਆਨਵਾਨ ਸਨ, ਇਹਨਾਂ ਨੂੰ ਪਤਾ ਸੀ ਵੀ ਇਸ ਚੀਜ਼ ਦਾ ਬਹੁਤਾ ਫਾਇਦਾ ਨਹੀਂ। ਜਲ ਦਾ ਤੇ ਇੰਨਾ ਕੁ ਲਾਭ ਹੈ ਵੀ ਇਸ਼ਨਾਨ ਹੋ ਜਾਂਦਾ, ਸਰੀਰ ਨੈਗੇਟਿਵ એનર્ਜੀ ਪਾਸੇ ਹੋ ਜਾਂਦੀ, ਪੋਜ਼ਿਟਿਵ એનર્ਜੀ, ਕ੍ਰਾਂਤੀ ਆ ਜਾਂਦੀ। ਜਿੰਨਾ ਮਰਜ਼ੀ ਥੱਕਿਆ ਟੁੱਟਿਆ ਹੋਵੇ, ਸਿਰ ਤੇ ਪਾਣੀ ਪੈ ਜੇ, ਇਸ਼ਨਾਨ ਕਰ ਲਿਆ, ਚੁਸਤ ਫੁਰਤ ਹੋ ਜਾਂਦਾ ਹੈ, ਤਰੋ ਤਾਜ਼ਾ ਹੋ ਜਾਂਦਾ ਹੈ। ਨੈਗੇਟਿਵ ਜਿਹੜੀ ਊਰਜਾ ਉਹ ਪਾਸੇ ਹੋ ਜਾਂਦੀ। ਪਰ ਇਹ ਪਾਣੀ 'ਚ ਹੀ ਖਲੋਤਾ ਹੈ, ਖਲੋਤਾ ਹੀ ਰਹਿੰਦਾ ਹੈ। ਇੱਦਾਂ ਕੀ ਹੋਊਗਾ? ਜੇ ਇੱਦਾਂ ਕੁਝ ਹੁੰਦਾ, ਖਲੋਤੇ ਰਹਿਣਾ, ਪਾਣੀ 'ਚ ਹੀ ਵੜੇ ਰਹਿਣਾ, ਤੇ ਡੱਡੂ ਸਾਰੀ ਉਮਰ ਪਾਣੀ 'ਚ, ਉਹ ਤਾਂ ਬਾਹਰ ਆ ਜਾਂਦਾ। ਮੱਛੀ ਆਉਂਦੀ ਨਹੀਂ, ਸਵਾਸ ਪਾਣੀ 'ਚ, ਜੰਮਦੀ ਪਾਣੀ 'ਚ, ਮਰਦੀ ਪਾਣੀ 'ਚ। ਤਾਂ ਉਹਨਾਂ ਆਖਿਆ, ਭਾਈ ਤੂੰ ਇਹ ਨਾ ਕਰ। ਪਰ ਉਹ ਜਿੱਦੀ ਕਿਸਮ ਦਾ ਆਦਮੀ ਸੀ, ਹਠੀ ਕਿਸਮ ਦਾ ਆਦਮੀ ਸੀ, ਤਪਸਵੀ ਸੀ, ਸਰੀਰਕ ਤਪ ਕਰਦਾ ਸੀ, ਜਿਹਨੂੰ ਆਪਣੇ ਤਮੋਗੁਣੀ ਤਪ ਕਹਿੰਦੇ ਹਨ। ਇੱਕ ਹੁੰਦਾ ਤਮੋਗੁਣੀ ਤਪ, ਮੈਨੇ ਸਰੀਰ ਨੂੰ ਕਸ਼ਟ ਦੇਣਾ। ਇੱਕ ਹੁੰਦਾ ਰਜੋਗੁਣੀ ਤਪ, ਮੈਨੇ ਇੰਦਰੀਆਂ ਨੂੰ ਕਸ਼ਟ ਦੇਣਾ। ਇੱਕ ਹੁੰਦਾ ਸਭ ਤੋਂ ਉੱਤਮ ਸਤੋਗੁਣੀ ਤਪ, ਮੈਨੇ ਮਨ ਨੂੰ ਮੋੜ ਮੋੜ ਕੇ ਲਿਆ ਕੇ ਜੋੜਨਾ। ਤਾਂ ਗੁਰਮਤਿ ਨੇ ਤਮੋਗੁਣੀ ਤਪ ਨਹੀਂ ਮੰਨਿਆ, ਗੁਰਮਤਿ ਨੇ ਸਿਰਫ ਇਸ਼ਨਾਨ ਮੰਨਿਆ ਹੈ, ਸੇਵਾ ਮੰਨੀ ਹੈ। ਭਾਂਡੇ ਮਾਂਜਣੇ, ਝਾੜੂ ਦੇਣਾ, ਲੰਗਰ ਪਕਾਉਣਾ, ਇਹੀ ਸਾਡਾ ਤਪ ਹੈ। ਗੁਰ ਸੇਵਾ ਤਪਾ ਸਿਰ ਤਪਸਾਰ। ਤੇ ਕਈ ਤੇ ਹੁਣ ਵਿਚਾਰੇ ਬਹੁਤੇ ਹੀ ਮੇਰੇ ਵਰਗੇ, ਉਹ ਤਾਂ ਨਹਾ ਕੇ ਵੀ ਰਾਜੀ ਨੇ। ਉਹ ਕਹਿੰਦੇ ਗੁਰਮਤਿ ਨੇ ਨਹਾਉਣਾ ਹੀ ਕਿਉਂ ਮੰਨ ਲਿਆ ਹੈ? ਹੁਣ ਇਹਨਾਂ ਦਾ ਕੀ ਕਰਾਂਗੇ, ਇਹ ਨਹੀਂ ਮੈਨੂੰ ਪਤਾ। ਕਈ ਤਾਂ ਅੰਮ੍ਰਿਤ ਵੇਲੇ ਉੱਠ ਕੇ ਰਾਜੀ ਨਹੀਂ, ਸਿਮਰਨ ਕਰਕੇ ਰਾਜੀ ਨਹੀਂ। ਉਹ ਇਹਨੂੰ ਵੀ ਤਾਪ ਹੀ ਸਮਝੀ ਬੈਠੇ ਨੇ। ਜਿਹੜੀ ਭਗਤੀ ਸੀ ਉਹਨੂੰ ਇਹਨਾਂ ਨੇ ਤਪ ਬਣਾ ਲਿਆ ਹੈ। ਤਾਂ ਉਹ ਤਪ ਕਰਦਾ, ਸਰੀਰ ਨੂੰ ਦੁੱਖ ਦਿੰਦਾ। ਤਾਂ ਦੂਸਰੀ ਵਾਰੀ ਫੇਰ ਆਏ, ਉਹਨੂੰ ਕਹਿੰਦੇ ਭਾਈ ਵਰਮੀ ਮਾਰੀ ਸਾਪ ਨਾ ਮਰੀ। ਵਰਮੀ ਜਿੰਨੀ ਮਰਜ਼ੀ ਕੁੱਟੀ ਜਾਈਏ, ਸੱਪ ਨਹੀਂ ਮਰਦਾ। ਸੱਪ ਬੜਾ ਡੂੰਘਾ ਹੈ, ਤੂੰ ਬਾਹਰੋਂ ਵਰਮੀ ਕੁੱਟੀ ਜਾਣਾ, ਮਿੱਟੀ ਕੁੱਟੀ ਜਾਣਾ। ਮਨ ਕਹਿੰਦੇ ਤੇਰੇ ਸਰੀਰ ਦੇ ਅੰਦਰ ਆ, ਤੂੰ ਬਾਹਰੋਂ ਸਰੀਰ ਨੂੰ ਦੁੱਖ ਦੇਈ ਜਾਣਾ, ਕੋਈ ਫਰਕ ਨਹੀਂ ਪੈਂਦਾ। ਵਰਮੀ ਕੁੱਟੀ ਜਾਵੇ, ਸੱਪ ਮਰਿਆ ਅਜੇ ਤੱਕ। ਗੁਰਬਾਣੀ 'ਚ ਲਿਖਣਾ ਵਰਮੀ ਮਾਰੀ ਸਾਪ ਨਾ ਮਰੇ। ਤਾਂ ਉਹ ਕਹਿੰਦੇ ਵਰਮੀ ਕੁੱਟਿਆਂ ਸੱਪ ਨਹੀਂ ਮਰਦਾ ਹੁੰਦਾ। ਕਹਿੰਦਾ ਸਤ ਵਚਨ ਜੀ। ਪਰ ਉਹ ਸੁਭਾਅ ਸੀ, ਹਠੀ ਸੁਭਾਅ ਸੀ, ਜਿੱਦੀ ਸੁਭਾਅ ਸੀ। ਗੁਰੂ ਤੋਂ ਬਿਨਾਂ ਹੱਠ ਵੀ ਬੰਦੇ ਨੂੰ ਲੈ ਕੇ ਬਹਿ ਜਾਂਦਾ ਹੈ। ਤਾਂ ਫਿਰ ਆਏ ਕੁਝ ਦਿਨਾਂ ਬਾਅਦ, ਤਾਂ ਫਿਰ ਉਹਨਾਂ ਦੇ ਮਨ 'ਚ ਬਦੋ ਬਦੀ ਇੱਕ ਆਵਾਜ਼, ਇੱਕ ਬਚਨ ਨਿਕਲ ਗਿਆ ਜ਼ੁਬਾਨ 'ਚੋਂ ਵੀ ਇਹ ਬੰਦਾ ਕਿੱਦਾਂ ਦਾ ਵਾ, ਕਿੰਨਾ ਸਮਝਾਉਣਾ ਇਹਨੂੰ ਵੀ ਚੌਂਕੜਾ ਮਾਰ ਕੇ ਨਾਮ ਜਪ, ਹੱਥਾਂ ਨਾਲ ਸੰਗਤ ਦੀ ਸੇਵਾ ਕਰ। ਇਹ ਕੀ ਕਰਦਾ? ਪਾਣੀ 'ਚ ਹੀ ਖਲੋਤਾ ਰਹਿੰਦਾ ਹੈ। ਤਾਂ ਮਹਾਂਪੁਰਖ ਕੀ ਕਹਿਣ ਲੱਗੇ, ਰਾਜਾ ਜਨਕ ਸਾਹਿਬ, ਵੀ ਜਿਹੋ ਜੀ ਮਨ ਦੀ ਵਾਸ਼ਨਾ, ਉਹੋ ਜਿਹਾ ਅਗਲਾ ਸਰੀਰ। ਵੀ ਪਾਣੀ ਨਾਲ ਪ੍ਰੇਮ ਹੈ ਤਾਂ ਫਿਰ ਮਾਛੀ ਬਣੇਗਾ। ਤਾਂ ਫਿਰ ਉਹ ਏਡਾ ਵੱਡਾ ਤਪਸਵੀ ਸੀ, ਇੰਨਾ ਤਪ ਕਰਨ ਦੇ ਬਾਵਜੂਦ ਵੀ ਉਹ ਮਾਛੀ ਬਣਿਆ।
ਤੇ ਗੁਰੂ ਨਾਨਕ ਦੇਵ ਸਾਹਿਬ ਜਗਤ ਗੁਰੂ ਭਾਈ ਬਾਲੇ ਮਰਦਾਨੇ ਨੂੰ ਕਹਿੰਦੇ ਉਹਦੇ ਉੱਤੇ ਆਪਾਂ ਤੁਰੇ ਜਾਂਦੇ ਹਾਂ, ਉਹਦਾ ਭਲਾ ਕਰਾਂਗੇ, ਉਧਾਰ ਕਰਾਂਗੇ, ਤਾਰਾਂਗੇ ਉਹਨੇ। ਸੋ ਰਹੋ ਵਿਚਾਰ। ਤਾਂ ਮਹਾਰਾਜ ਕਹਿੰਦੇ ਜੇ ਆਪਣੇ ਉਦਮ ਕਰਕੇ, ਆਪਣੀ ਹਿੰਮਤ ਕਰਕੇ, ਆਪਣੀ ਮਿਹਨਤ ਦੀ ਹਉਮੈ ਕਰਕੇ ਪਰਮਾਤਮਾ ਮਿਲਦਾ ਹੋਵੇ ਤਾਂ ਫਿਰ ਤਾਂ ਸਾਰੇ ਹੀ ਪ੍ਰਾਪਤ ਕਰ ਲੈਂਦੇ। ਇਹ ਮਿਲਦਾ ਕਿੱਦਾਂ? ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਤਰਸ ਨਾਲ, ਗੁਰੂ ਦੇ ਸਿਧਾਂਤ ਨਾਲ। ਜਿਵੇਂ ਗੁਰਬਾਣੀ ਕਹਿੰਦੀ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਆਪਣੀ ਮਿਹਨਤ ਦੀ ਹਉਮੈ ਨਾਲ ਨਹੀਂ। ਇਸ ਦੀ ਵਿਆਖਿਆ ਤੇ ਬੜੀ ਲੰਬੀ ਹੈ। ਦੂਸਰੇ ਬੰਨੇ ਗੁਰਬਾਣੀ ਕਹਿੰਦੀ ਹੈ, ਮਹਾਰਾਜ ਜੀ ਕਹਿੰਦੇ ਹਨ, ਸੁਖਮਨੀ ਸਾਹਿਬ ਕਹਿੰਦਾ ਹੈ, ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਇਹ ਵੀ ਨਾਲ ਹੀ, ਪਰ ਇਹਦੀ ਵਿਆਖਿਆ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਵਿਆਖਿਆ ਬੜੀ ਲੰਮੀ। ਤਾਂ ਇਹ ਜਿੰਨੀ ਵਿਚਾਰ ਹੈ, ਗੁਰਬਾਣੀ ਕਿਤੇ ਕਹਿੰਦੀ ਨਾਮ ਜਪੋ, ਸੇਵਾ ਕਰੋ, ਭਗਤੀ ਕਰੋ। ਦੂਸਰੇ ਬੰਨੇ ਗੁਰਬਾਣੀ ਕਹਿੰਦੀ ਆ ਆਪਣੀ ਮਿਹਨਤ ਨਾਲ ਨਹੀਂ ਮਿਲਦਾ ਹੁੰਦਾ। ਇਹਦਾ ਜਵਾਬ ਕੀ ਹੈ? ਵੀ ਜਿਹੜੀ ਨਾਮ ਸੇਵਾ ਦਾ ਅਸੀਂ ਹੰਕਾਰ ਕਰ ਲਿਆ, ਉਹਦੇ ਨਾਲ ਨਹੀਂ ਪ੍ਰਾਪਤ ਹੁੰਦਾ। ਜਦੋਂ ਅਸੀਂ ਨਾਮ ਸੇਵਾ ਕਰਕੇ ਕਹਿੰਦੇ ਵੀ ਗੁਰੂ ਦੀ ਕਿਰਪਾ ਨਾਲ ਸਭ ਕੁਝ ਹੋ ਰਿਹਾ ਹੈ, ਉਹਦੀ ਬਰਕਤ ਨਾਲ ਹੋ ਰਿਹਾ ਹੈ, ਤੇ ਤੁਸੀਂ ਇਹ ਨੋਟ ਵੀ ਕਰੋਗੇ ਕਿ ਜਿੰਨਾ ਨਾਮ ਜਪਣਾ ਚਾਹੁੰਦੇ ਉਹਨਾਂ ਦੇ ਜਪਿਆ ਹੀ ਨਹੀਂ ਜਾਂਦਾ। ਜਿੰਨੀ ਬਾਣੀ ਪੜ੍ਹਨੀ ਚਾਹੀਦੀ ਉਨੀ ਤੇ ਪੜ੍ਹਦੇ ਹੀ ਨਹੀਂ, ਸੇਵਾ ਜਿੰਨੀ ਕਰਨੀ ਚਾਹੀਦੀ ਉਨੀ ਤੇ ਕਰਦੇ ਹੀ ਨਹੀਂ। ਇਹਦਾ ਮਤਲਬ ਵੀ ਪਿੱਛੇ ਅਜੇ ਕਿਰਪਾ ਨਹੀਂ। ਜਦੋਂ ਕਿਰਪਾ ਹੋ ਗਈ ਤਾਂ ਫਿਰ ਨਾਮ ਵੀ ਉਹ ਆਪ ਹੀ ਜਪਾਉਂਦਾ ਹੈ। ਆਪ ਜਪਾਏ ਜਪੈ ਸੋ ਨਾਮ, ਆਪ ਗਵਾਏ ਸੋ ਹਰ ਗੁਣ ਗਾ। ਤਾਂ ਇਹ ਜਿੰਨੀ ਵਿਚਾਰ, ਇਹਦਾ ਨਿਚੋੜ ਕੀ ਹੈ ਕਿ ਜਿਹੜੀ ਵਿਵਹਾਰਕ ਵਸਤੂ ਹੁੰਦੀ ਉਹ ਸਾਧਕ ਬਾਧਕ ਹੁੰਦੀ ਹੈ, ਤੇ ਜਿਹੜੀ ਪਰਮਾਰਥਕ ਵਸਤੂ ਹੁੰਦੀ ਉਹ ਸਾਧਕ ਬਾਧਕ ਕੁਝ ਨਹੀਂ ਹੁੰਦੀ। ਇਹਦਾ ਨਿਚੋੜ ਇਹੀ ਹੈ ਬਸ। ਤਾਂ ਪਰਮਾਰਥ ਵਸਤੂ ਕੀ ਆ? ਪਰਮਾਤਮਾ। ਉਹਦੇ ਵਿੱਚ ਸਾਧਕ ਬਾਧਕ ਨਹੀਂ ਹੁੰਦਾ ਵੀ ਮੈਂ ਆਹ ਕਰ ਲਵਾਂ ਤੇ ਮੈਨੂੰ ਮਿਲ ਜਾਊਗਾ, ਆਹ ਨਾ ਕੀਤਾ ਤੇ ਨਹੀਂ ਮਿਲੂਗਾ। ਦੁਨਿਆਵੀ ਵਸਤੂ ਜਿਹੜੀ ਵਿਵਹਾਰਕ ਵਸਤੂ ਹੁੰਦੀ ਉਹਦੇ 'ਚ ਸਾਧਕ ਬਾਧਕ ਹੁੰਦਾ ਵਾ। ਵੀ ਜੇ ਤੁਸੀਂ ਖੰਡ ਖੰਡ ਕਹੀ ਜਾਓਗੇ ਤੇ ਇੱਦਾਂ ਮੂੰਹ ਮਿੱਠੇ ਨਹੀਂ ਹੁੰਦੇ, ਜਾ ਕੇ ਬਾਜ਼ਾਰੋਂ ਲੈ ਕੇ ਆ। ਵਿਵਹਾਰਕ ਆ ਨਾ, ਵਿਵਹਾਰਕ ਵਿੱਚ ਸਾਧਕ ਬਾਧਕ ਹੁੰਦਾ ਵਾ, ਇਹ ਕਰਨਾ ਹੈ ਤੇ ਪ੍ਰਾਪਤ ਹੋਣਾ ਹੈ। ਪਰ ਪਰਮਾਰਥ 'ਚ ਸਾਧਕ ਬਾਧਕ ਕੁਝ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਮਿਲਦਾ, ਪਰਮਾਤਮਾ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ। ਕਦੋਂ ਪ੍ਰਾਪਤ ਹੁੰਦਾ ਹੈ? ਆਪਣੀ ਹਉਮੈ ਨਾਲ ਨਹੀਂ। ਤਾਂ ਫਿਰ ਮਹਾਰਾਜ ਜਵਾਬ ਦਿੰਦੇ, ਜਦੋਂ ਸਾਧੂ ਦਾ ਸੰਗ ਹੋਵੇ, ਗੁਰੂ ਕਿਰਪਾ ਕਰੇ, ਗੁਰੂ ਮਿਹਰ ਕਰੇ, ਗੁਰੂ ਤੋਂ ਪੁੱਛ ਕੇ ਚੱਲੇ, ਗੁਰੂ ਜੋ ਸਾਧਨਾ ਦੱਸੇ ਬਸ ਉਹ ਕਰੇ, ਫਿਰ ਉਹਦੀ ਪ੍ਰਾਪਤੀ ਹੁੰਦੀ। ਤਾਂ ਸਾਧੂ ਸੰਗ, ਸਾਧੂਆਂ ਦੇ ਸੰਗ 'ਚੋਂ ਪ੍ਰਾਪਤ ਹੁੰਦਾ ਹੈ। ਧੰਨ ਬਾਬਾ ਜਵਾਹਰ ਦਾਸ ਜੀ ਮਹਾਰਾਜ ਕਿੱਡੇ ਵੱਡੇ ਬ੍ਰਹਮ ਗਿਆਨੀ ਮਹਾਤਮਾ ਸਨ। ਸਾਧੂ ਸੰਗ ਪ੍ਰਾਪਤ ਹੈ। ਗੁਰਬਾਣੀ ਨੇ ਮੋਹਰ ਲਾਤੀ ਹੈ। ਸਾਧ 90% ਗੁਰਬਾਣੀ ਵਿੱਚ, 90 ਕੀ 98% ਗੁਰਬਾਣੀ ਵਿੱਚ ਸਾਧ ਸ਼ਬਦ ਨਾਮ ਜਪਣ ਵਾਲਿਆਂ ਵਾਸਤੇ, ਤੇ 2% ਗੁਰੂ ਵਾਸਤੇ ਵੀ ਆ ਤੇ ਪਰਮਾਤਮਾ ਵਾਸਤੇ ਵੀ। ਕਿੰਨੀ ਮਹਾਰਾਜ ਦੀ ਕਿਰਪਾ ਹੋਵੇਗੀ। ਸਾਧੂ ਕਹਿੰਦੇ ਕਿਹਨੂੰ ਆ? ਮਨ ਅਸਾਧ ਸਾਧੇ ਜਨ ਕੋਇ। ਜਿਹੜਾ ਮਨ ਟਿਕਣ ਨਹੀਂ ਨਾ ਦਿੰਦਾ, ਜਿਹੜਾ ਮਨ ਸਾਰੀ ਦੁਨੀਆ ਨੂੰ ਨਚਾਉਂਦਾ ਫਿਰਦਾ ਹੈ, ਉਸ ਮਨ ਨੂੰ ਜਿਹੜਾ ਜਿੱਤ ਲੇ ਸਾਧ ਉਹ। ਤੇ ਬਾਬਾ ਜੀ ਨੇ ਇੱਕ ਤਰੀਕਾ ਲੱਭਿਆ ਸੀ, ਉਹਨਾਂ ਦਾ ਤਰੀਕਾ ਗੁਰਬਾਣੀ ਦੇ ਵਿੱਚੋਂ ਸੀ। ਜਦੋਂ ਜਵਾਨੀ ਚੜ੍ਹੀ ਨਾ, ਸੋਹਣੇ ਬੜੇ ਸੀ, ਰੰਗ ਬੜਾ ਕਹਿੰਦੇ ਮੂੰਹ ਦਾ ਲਾਲ ਰਹਿੰਦਾ ਹੁੰਦਾ ਸੀ, ਜ਼ੁਬਾਨ ਬੜੇ ਸੋਹਣੇ, ਬੜੇ ਬਲ ਬੜਾ, ਤੇ ਜਵਾਨੀ ਵੱਲ, ਸੁੰਦਰਤਾ ਵੱਲ ਵਕਾਰ ਖਿੱਚਿਆ ਆਉਂਦਾ ਹੈ। ਇੱਕ ਪਿੰਡ ਦੀ ਮਾਈ,
ਉਹਦਾ ਮਨ ਮੋਹਿਆ ਗਿਆ। ਉਹ ਮਾੜੀ ਭਾਵਨਾ ਲੈ ਕੇ ਹੁਣ ਘਰ 'ਚ ਇਕੱਲੇ ਰਹਿੰਦੇ ਸੀ, ਪਿੰਡ 'ਚ ਸੂਸਾਂ 'ਚ ਇਕੱਲੇ ਰਹਿੰਦੇ ਸੀ। ਮਾਤਾ ਪਿਤਾ ਚੜ੍ਹਾਈ ਕਰ ਗਏ, ਭੈਣ ਦਾ ਵਿਆਹ ਮਾਣਕੋ ਕਰ ਦਿੱਤਾ ਤੇ ਭਰਾ ਵੀ ਚੜ੍ਹਾਈ ਕਰ ਗਿਆ, ਇਕੱਲੇ ਰਹਿ ਗਏ ਘਰ 'ਚ। ਸੱਟ ਬੜੀ ਲੱਗੀ, ਵਿਰਾਗੀ ਹੋ ਗਏ, ਸੋਹਣੇ ਬੜੇ। ਇੱਕ ਮਾਈ ਮਾੜੀ ਭਾਵਨਾ ਧਾਰ ਕੇ ਘਰ 'ਚ ਇਕੱਲੇ ਬੈਠੇ ਸੀ, ਮੰਜੀ ਤੇ ਆਣ ਕੇ ਲਾਗੇ ਬਹਿ ਗਈ। ਉਹਦਾ ਗੱਲਬਾਤ ਦਾ ਤਰੀਕਾ ਇਦਾਂ ਸੀ ਵੀ ਸੰਤਾਂ ਨੂੰ ਆਪਣੇ ਮਾਇਕ ਇੰਦਰਜਾਲ 'ਚ ਫਸਾਉਣਾ ਚਾਹੁੰਦੀ ਸੀ। ਤੇ ਸੰਤਾਂ ਦੇ ਕੁਦਰਤੀ ਰੱਬ ਦੀ ਕਿਰਪਾ ਸੀ, ਜਿਹਨੂੰ ਪੂਰਨ ਪਦ ਤੱਕ ਪਹੁੰਚਾਉਣਾ ਹੁੰਦਾ ਵਾ ਫਿਰ ਉਹ ਤੇ ਰੱਬ ਮਿਹਰ ਰੱਖਦਾ ਹੀ ਹੈ, ਬਚਾ ਕੇ ਰੱਖਦਾ। ਰਹੂੰ ਸਾਹਿਬ ਕੀ ਟੇਕ ਨਾ ਮੋਹੇ ਮੋਹਣੀ। ਉਹਨੂੰ ਕਹਿੰਦੇ ਤੂੰ ਬਹਿ ਇੱਥੇ ਘਰ 'ਚ। ਉਹਨੂੰ ਬਿਠਾ ਕੇ ਦਰਵਾਜ਼ੇ ਖੁੱਲੇ, ਸਮਾਨ ਪਿਆ, ਬਿਸਤਰੇ, ਪੇਟੀਆਂ, ਘਰ 'ਚ ਜੋ ਸਮਾਨ ਹੁੰਦਾ ਸਾਰਾ ਪਿਆ, ਕੱਪੜਾ ਲੀੜਾ, ਅੰਨ ਦਾਣਾ, ਪੈਸਾ। ਉਹਨੂੰ ਕਹਿੰਦੇ ਬਹਿ ਇੱਥੇ, ਮੈਂ ਆਇਆ। ਇਹੋ ਜਿਹਾ ਉਹਨੂੰ ਘਰੇ ਵਹਾ ਕੇ ਗਏ, ਸਾਰੀ ਉਮਰ ਉਸ ਘਰ 'ਚ ਹੀ ਨਹੀਂ ਵੜੇ ਜਿਹੜਾ ਪਿੰਡ ਵਾਲਾ ਘਰ ਸੀ ਬਾਬਾ ਜੀ। ਤੇ ਆ ਜਿੱਥੇ ਨਿੱਜੀ ਜ਼ਮੀਨ ਆ, ਇੱਥੇ ਆਣ ਕੇ ਛਪਰੀ ਪਾ ਕੇ ਬਹਿ ਗਏ। ਹੁਣ ਸਾਧੂ ਸੰਗ ਪ੍ਰਾਪਤ ਤੇ ਬੜਾ ਯਤਨ ਕੀਤਾ, ਪਰ ਮਨ ਨਾ ਜਿੱਤਿਆ ਜਾਵੇ। ਤਾਂ ਭਾਈ ਜਿਹੜਾ ਸਧਣਾ ਸਾਹਿਬ ਹੋਏ ਨੇ, ਸਧਾਣਾ ਸਾਹਿਬ ਹੋਏ ਨੇ, ਉਦਾਸੀ ਸੰਤ, ਉਹਨਾਂ ਪਾਸ ਚਲੇ ਗਏ। ਕਿਸੇ ਨੇ ਦੱਸਿਆ ਉਹ ਪੂਰਨ ਸੰਤ ਹੈ, ਉਹਨਾਂ ਕੋਲੇ ਚਲੇ ਜਾਓ। ਤਾਂ ਫਿਰ ਸਾਧਨਾ ਕੀਤੀ, ਕਮਾਈ ਕੀਤੀ। ਤਾਂ ਫਿਰ ਇੱਕ ਵਾਰੀ ਇੱਥੇ ਗੱਲ ਚੱਲੀ ਵੀ ਕਾਮ ਕ੍ਰੋਧ ਸਾਰੇ ਸਰੀਰਾਂ 'ਚ ਹੁੰਦੇ ਆ। ਕਹਿੰਦੇ ਹਾਂ ਸਾਰਿਆਂ 'ਚ ਹੀ ਹੁੰਦੇ, ਇਹ ਕਿਹੜੀ ਗੱਲ ਹੈ? ਕਾਮ ਕ੍ਰੋਧ ਤੋਂ ਬਿਨਾਂ ਕੌਣ ਹੈ? ਸਾਰੇ ਸਰੀਰ ਹੀ ਹੈ। ਕਾਮ ਕ੍ਰੋਧ ਸੀ ਤਾਂ ਸਰੀਰ ਮਿਲਿਆ, ਸਰੀਰ ਬਣਿਆ। ਤਾਂ ਫਿਰ ਉਹ ਹੈਰਾਨ ਹੋ ਗਏ। ਤਾਂ ਸੰਗਤ ਨੇ ਪੁੱਛਿਆ ਫਿਰ ਬਾਬਾ ਜੀ ਤੁਸੀਂ ਕਿੱਦਾਂ ਜਿੱਤੇ? ਤਾਂ ਉਹਨਾਂ ਨੇ ਇੱਕ ਪੰਕਤੀ ਪੜ੍ਹੀ, ਹਉ ਤਿਸ ਘੋਲ ਘਮਾਇਆ, ਥੋੜਾ ਸਵੈ ਥੋੜਾ ਹੀ ਖਾਵੇ। ਕਹਿੰਦੇ ਮੇਰੀ ਸਾਧਨਾ ਇਹ ਹੈ ਕਿ ਜੇ ਵਕਾਰ ਜਿੱਤਣੇ ਆ, ਕਾਮ ਕ੍ਰੋਧ, ਤਾਂ ਫਿਰ ਸਰੀਰ ਨੂੰ ਵਿਹਲਾ ਨਾ ਛੱਡੋ, ਵਿਹਲਾ ਨਾ ਰਹਿਣ ਦਿਓ ਸਰੀਰ ਨੂੰ। ਤੇ ਓਨਾ ਹੀ ਖਾਣਾ ਜਿੰਨੇ ਕੁ ਨਾਲ ਸਰੀਰ ਚੱਲਦਾ ਰਹੇ, ਤੇ ਮਨ ਨਾਲ ਨਾਮ ਜਪੀ ਚੱਲੋ। ਕਹਿੰਦੇ ਮੈਂ ਤਾਂ ਇਸੇ ਸਾਧਨਾ ਹੋਂ ਤੇ ਸਿਕੋਲ ਘਮਾਇਆ, ਥੋੜਾ ਸਵੈ ਥੋੜਾ ਹੀ ਖਾਵੇ। ਸੁਪਨੇ ਬਿੰਦ ਨਾ ਦੇਈ ਝਰਣਾ, ਤਿਸ ਪਾਖੰਡੀ ਜਰਾ ਨਾ ਮਰਨਾ। ਐਸੀ ਕਿਰਪਾ ਸੀ ਮਹਾਰਾਜ ਦੀ ਉਹਨਾਂ ਉੱਤੇ। ਤਾਂ ਸਤਿਗੁਰੂ ਕੀ ਕਹਿੰਦੇ, ਸਾਧੂ ਸੰਗ ਪ੍ਰਾਪਤ ਜਦੋਂ ਮਿਲਦਾ ਹੈ, ਗੁਰੂ ਕੋਲੋਂ ਮਿਲਦਾ ਹੈ, ਜਾਂ ਸੰਤਾਂ ਦੇ ਸੰਗ ਵਿੱਚੋਂ ਉਹਦੀ ਪ੍ਰਾਪਤੀ ਪ੍ਰਭੂ ਪਰਮੇਸ਼ਰ ਦੀ ਹੁੰਦੀ ਹੈ। ਤੇ ਫਿਰ ਉਹ ਉਸ ਦੇ ਮਿਲਾਪ ਦੇ ਆਨੰਦ ਨੂੰ ਮਾਣਦੇ ਹਨ। ਹਰ ਜੀਠ ਰੰਗੀਲਾ ਤਿਸ ਤਨੀ, ਜਿਸ ਕੈ ਭਾਗ ਮਥਾਨਾ। ਜਿਹੜਾ ਹਰੀ ਪਰਮਾਤਮਾ ਰੰਗੀਲਾ ਆਨੰਦ ਸਰੂਪ ਹੈ, ਆਨੰਦੀ ਹੈ, ਆਨੰਦ ਹੀ ਆਨੰਦ ਹੈ, ਦੁੱਖ ਹੈ ਹੀ ਨਹੀਂ, ਆਨੰਦ ਸਰੂਪ ਪਰਮਾਤਮਾ। ਐਸਾ ਜਿਹੜਾ ਧਣੀ ਪਤੀ ਹੈ, ਮਾਲਕ ਹੈ, ਸੋ ਹੈ। ਉਹ ਜੇਠ ਦੇ ਮਹੀਨੇ 'ਚ ਜਿਹਨੂੰ ਪ੍ਰਾਪਤ ਹੋ ਗਿਆ ਹੈ, ਜਿਹੜਾ ਜੇਠ ਦੇ ਮਹੀਨੇ 'ਚ ਆਨੰਦ ਸਰੂਪ ਰੰਗੀਲੇ ਪਰਮਾਤਮਾ ਨਾਲ ਜੁੜ ਗਿਆ ਹੈ, ਤਾਂ ਮਹਾਰਾਜ ਕਹਿੰਦੇ ਉਹਦੇ ਵੱਡੇ ਭਾਗ ਨੇ, ਉਹ ਭਾਗਾਂ ਵਾਲਾ ਹੈ। ਉਹਦਾ ਆਇਆ ਹੋਇਆ ਸੰਸਾਰ ਦੇ ਵਿੱਚ ਸਫਲਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਆਪ ਸਾਰੀਆਂ ਸੰਗਤਾਂ ਦਾ ਮਹਾਂਪੁਰਸ਼ਾਂ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਵੱਲੋਂ ਸਮੁੱਚੀਆਂ ਹੀ ਸੰਗਤਾਂ ਜਿਹੜੀਆਂ ਧੰਨ ਬਾਬਾ ਜਵਾਹਰ ਦਾਸ ਜੀ ਦੇ ਪਵਿੱਤਰ ਦਰ 'ਤੇ ਜੁੜੀਆਂ ਨੇ, ਜਿਨ੍ਹਾਂ ਸੰਗਤਾਂ ਨੇ ਅਖੰਡ ਪਾਠ ਸਾਹਿਬਾਂ ਦੀ ਸੇਵਾ ਕਰਵਾਈ ਹੈ, ਔਰ ਇਲਾਕਾ ਨਿਵਾਸੀ ਸੰਗਤਾਂ, ਸਹਾਏਪੁਰ ਦੇ ਗੁਰਮੁਖ ਪਿਆਰੇ ਭਾਈ ਸਰਬਜੀਤ ਸਿੰਘ ਜੀ,
ਇੰਗਲੈਂਡ ਨਿਵਾਸੀ, ਅਮਰੀਕਾ ਨਿਵਾਸੀ ਜਿਨ੍ਹਾਂ ਨੇ ਲੰਗਰ ਦੀ ਸੇਵਾ ਕਰਵਾਈ ਹੈ। ਇਸੇ ਤਰ੍ਹਾਂ ਭਾਈ ਮਨਜੀਤ ਸਿੰਘ ਜੀ ਅਮਰੀਕਾ ਤੋਂ ਜਿਨ੍ਹਾਂ ਨੇ ਪਾਠਾਂ ਦੀ ਸੇਵਾ ਕਰਵਾਈ ਹੈ। ਜਿੰਨੇ ਵੀ ਗੁਰਮੁਖ ਪਿਆਰੇ ਨੇ ਸਾਰਿਆਂ ਦਾ ਧੰਨਵਾਦ। ਔਰ ਵਿਸ਼ੇਸ਼ ਕਰਕੇ ਜਿਹੜੇ ਪਿੰਡ ਦੇ ਗੁਰਮੁਖ ਪਿਆਰੇ ਨੇ, ਨਗਰ ਨਿਵਾਸੀ ਪੰਚਾਇਤ, ਸਰਦਾਰ ਰਵਿੰਦਰ ਸਿੰਘ ਜੀ ਰਾਜੂ, ਸਰਦਾਰ ਰਛਪਾਲ ਸਿੰਘ ਜੀ ਗੋਨਾ ਜਿਹੜੇ ਹਾਜ਼ਰੀ ਭਰ ਕੇ ਗਏ ਨੇ, ਔਰ ਸਰਦਾਰ ਸੁਖਵਿੰਦਰ ਸਿੰਘ ਜੀ ਮਾਸਟਰ ਜੀ, ਸਰਦਾਰ ਹਰਦੇਵ ਸਿੰਘ ਜੀ, ਸਾਡੇ ਸਤਿਕਾਰਯੋਗ ਪੰਚ, ਸਾਬਕਾ ਸਰਪੰਚ, ਜਿੰਨੇ ਵੀ, ਰਿੰਪਲ ਜੀ, ਰੋਬੀ ਜੀ, ਸਾਰੀਆਂ ਸੰਗਤਾਂ ਜਿਹੜੀਆਂ ਬਾਬਾ ਜੀ ਦੇ ਦਰ 'ਤੇ ਜੁੜੀਆਂ ਨੇ, ਸੇਵਾ ਕਰਦੀਆਂ ਨੇ ਉਤਸ਼ਾਹ ਦੇ ਨਾਲ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਜੀ। ਆਓ ਇੱਥੇ ਹੀ ਕਥਾ ਵਿਚਾਰ ਦੀ ਸਮਾਪਤੀ ਕਰੀਏ। ਅਤੇ ਪਹਿਲਾਂ ਵੀ ਬੇਨਤੀ ਕੀਤੀ ਸੀ ਅਤੇ ਸਮਾਪਤੀ 'ਤੇ ਵੀ ਬੇਨਤੀ ਹੈ ਕਿ ਮਹਾਂਪੁਰਖਾਂ ਵੱਲੋਂ ਕਿ ਇਹ ਜੋੜ ਮੇਲਾ, ਚਲੋ ਇਹ ਕੋਈ ਕਰੋਪੀ ਚੱਲਦੀ ਪਈ ਕੁਦਰਤ ਵੱਲੋਂ, ਗੁਰੂ ਕਿਰਪਾ ਕਰੇ, ਪ੍ਰਮਾਤਮਾ ਕਿਰਪਾ ਕਰੇ, ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਜਿਹੜੀ ਹੈ, ਜੇ ਦਿਨ ਠੀਕ ਹੋ ਜਾਣ ਤਾਂ ਫਿਰ ਸੰਗਤ ਦੀ ਰਾਏ ਨਾਲ ਅਗਲੀ ਸੇਵਾ ਜਿਹੜੀ ਹੈ ਉਹ ਨਿਭਾਈ ਜਾਵੇਗੀ। ਇਹ ਬੇਨਤੀਆਂ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀਆਂ ਜੀ। ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਸਾਧੂ ਸੰਗ ਪਰਾਪਤੇ, ਨਾਨਕ ਰੰਗ ਮਨਨ, ਹਰ ਜੇਠ ਰੰਗੀਲਾ ਦਿਸ, ਤਨੀ ਜਿਸ ਕੈ ਭਾਗ ਮਥਾਨਾ।